ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤਿੜਨ ਕਲ ਤਾਹੂੰ ਖਰੇ ਸੁਜਾਨ ਵੰਜਾਂ ਇਨੀ ਕਪਰੀ ਜੇ ਤੂੰ ਤਾਰੂ ਪਾਣ ਜੇ ਤੂੰ ਤਾਰੂ ਪਾਣ ਤਾਰ ਲੈ ਬਾਪ ਬੀਠਲਾ ਹੋਂ ਅਜਾਨ ਜਨ ਤਰਬੇ ਨਾ ਜਾਨੋ ਤਾਰ ਲੈ ਬਾਪ ਬੀਠੂਲਾ ਹੋਂ ਅਜਾਨ ਜਨ ਤਰਬੇ ਨਾ ਜਾਨੋ ਗੁਰ ਤਾਰ ਤਾਰਨ ਹਾਰਿਆ ਦੇ ਭਗਤ ਪੂਰਨ ਅਬਿਨਾਸੀ ਹੋਂ ਤੁਝ ਕੋ ਬਲਿਹਾਰਿਆ ਸਤਨਾਮ ਵਾਹਿਗੁਰੂ ਜੀ। ਸੂਹੀ ਮਹਿਲਾ ਪੰਜਵਾ। ਹਾਰ ਜਪੇ ਹਾਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੈ ਰਾਮ। ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸਗਲੇ ਪਾਪ ਤਜਾਵੈ ਰਾਮ। ਹਰ ਜਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੈ ਰਾਮ। ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸਗਲੇ ਪਾਪ ਤਜਾਵੈ ਰਾਮ। ਹਰ ਗੁਣ ਗਾਏ ਪਰਮ ਪਦ ਪਾਇਆ ਪ੍ਰਭ ਕੀ ਊਤਮ ਬਾਣੀ। ਸਹਿਜ ਕਥਾ ਪ੍ਰਭ ਕੀ ਅਤਿ ਮੀਠੀ ਕਥੀ ਅਕਥ ਕਹਾਣੀ। ਭਲਾ ਸੰਜੋਗ ਮੂਹਰਤ ਪਲ ਸਾਚਾ ਅਬ ਚਲ ਨੀਮ ਰਖਾਈ। ਜਨ ਨਾਨਕ ਪ੍ਰਭ ਭਏ ਦਇਆਲਾ ਸਰਬ ਕਲਾ ਬਣ ਆਈ। ਜਨ ਨਾਨਕ ਪ੍ਰਭ ਭਏ
ਦਇਆਲਾ ਸਰਬ ਕਲਾ ਬਣਾਈ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਪਵਿੱਤਰ ਬਾਣੀ ਦੇ ਵਿੱਚੋਂ ਆਪ ਜੀ ਨੇ ਸੁਬਹ ਵੇਲੇ ਦੇ ਦੀਵਾਨ ਦੌਰਾਨ ਸ਼ਹੀਦਾਂ ਦੇ ਸਿਰ ਤਾਜ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸੂਹੀ ਰਾਗ ਦੇ ਵਿੱਚ ਸੁਭਾਇਮਾਨ ਸ਼ਬਦ ਦੇ ਵਿੱਚੋਂ ਸ਼ਬਦ ਦੇ ਪਹਿਲੇ ਬੰਦ ਦਾ ਪਾਠ ਸੁਣਨਾ ਕੀਤਾ ਹੈ। ਸ਼ਬਦ ਦਾ ਇਹ ਪਹਿਲਾ ਬੰਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 781 ਤੇ ਸੁਭਾਇਮਾਨ ਹੈ। ਆਓ ਪ੍ਰਭਾਤ ਵੇਲੇ ਦੇ ਇਸ ਦੀਵਾਨ ਦੌਰਾਨ ਇਸ ਬੰਦ ਦਾ ਵਖਿਆਨ ਆਰੰਭ ਕਰਦੇ ਹਾਂ। ਇੱਕ ਵਾਰ ਬੜੇ ਪਿਆਰ ਨਾਲ ਕਹਿਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਅੰਦਰ ਗੁਰੂ ਮਹਾਰਾਜ ਜੀ ਦਾ ਇੱਕ ਬਚਨ ਅਸੀਂ ਹਰ ਰੋਜ਼ ਪੜ੍ਹਦੇ ਹਾਂ, ਬਹੁਤਾ ਕਰਮ ਲਿਖਿਆ ਨਾ ਜਾਏ। ਇੱਥੇ ਕਰਮ ਤੋਂ ਭਾਵ ਬਖਸ਼ਿਸ਼ ਹੈ। ਇੱਥੇ ਕਰਮ ਤੋਂ ਭਾਵ ਪਰਮੇਸ਼ਰ ਦੀ ਮਿਹਰ ਰਹਿਮਤ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਆਖਦੇ ਬਹੁਤਾ ਕਰਮ, ਪਰਮੇਸ਼ਰ ਦੀ ਬਖਸ਼ਿਸ਼ ਬਹੁਤੀ ਹੈ, ਉਹਦੀ ਮਿਹਰ ਰਹਿਮਤ ਬਹੁਤੀ ਹੈ, ਕਿੰਨੀ ਕੁ ਹੈ ਲਿਖਿਆ ਨਾ ਜਾਏ। ਉਹਦੀ ਮਿਹਰ ਰਹਿਮਤ ਨੂੰ ਲਿਖਿਆ ਨਹੀਂ ਜਾ ਸਕਦਾ, ਭਾਵ ਉਹਦਾ ਕੋਈ ਹਿਸਾਬ ਕਿਤਾਬ ਦੱਸਿਆ ਨਹੀਂ ਜਾ ਸਕਦਾ। ਬਹੁਤਾ ਕਰਮ ਲਿਖਿਆ ਨਾ ਜਾਏ। ਵੱਡਾ ਦਾਤਾ, ਉਹ ਵੱਡਾ ਦਾਤਾ ਹੈ, ਤਿਲ ਨਾ ਤਮਾਏ। ਤਿਲ ਕਹਿੰਦੇ ਨੇ ਥੋੜੀ ਕੁ ਰਤਾ ਜਿੰਨੀ, ਭਾਵ ਬਹੁਤ ਮਾਹੀਨ। ਤਮ ਕਹਿੰਦੇ ਨੇ ਅਹੰਕਾਰ ਨੂੰ। ਵੱਡਾ ਦਾਤਾ ਹੋਣ ਦੇ ਬਾਵਜੂਦ ਵੀ ਉਹਦੇ ਅੰਦਰ ਤਿਲ ਮਾਤਰ ਵੀ, ਭਾਵ ਥੋੜਾ ਜਿਹਾ ਵੀ ਅਹੰਕਾਰ ਨਹੀਂ ਹੈ। ਵੱਡਾ ਦਾਤਾ ਤਿਲ ਨਾ ਤਮਾਏ, ਕੀਤੇ ਮੰਗੈ ਜੋਦ ਪਾਰ, ਕੀਤਿਆਂ ਗਣਤ ਨਹੀਂ ਵਾਪਾ। ਉਹਦੇ ਕੋਲ ਕਿੰਨੇ ਹੀ ਮੰਗ ਰਹੇ ਹਨ, ਭਾਵ ਇਹ ਜਦੋਂ ਸੰਪੂਰਨ ਪੌੜੀ ਅਸੀਂ ਪੜ੍ਹਦੇ ਹਾਂ, ਇਸ ਪੌੜੀ ਦੇ ਅੰਦਰ ਸਤਿਗੁਰੂ ਜੀ ਨੇ ਇਸ ਸੰਸਾਰ ਦੇ ਵਿੱਚ ਪਰਮੇਸ਼ਰ ਦੀਆਂ ਬੇਅੰਤ ਦਾਤਾਂ ਮੰਗਣ ਵਾਲਿਆਂ ਦਾ ਜ਼ਿਕਰ ਕੀਤਾ ਹੈ ਅਤੇ ਉਹਦਾ ਬੇਅੰਤ ਦਾਤਾਂ ਦੇਣ ਦਾ ਜ਼ਿਕਰ ਕੀਤਾ ਹੈ। ਅਸੀਂ ਉਹ ਕਹਿ ਸਕਦੇ ਹਾਂ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਅੰਦਰ ਪਰਮੇਸ਼ਰ ਨੂੰ ਵਾਹਦ ਇੱਕ ਦਾਤ ਦੇਣ ਵਾਲਾ ਆਖਿਆ ਗਿਆ। ਇਉਂ ਆਖਿਆ ਗਿਆ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨ ਹਾਰ, ਦਿੰਦੇ ਤੋਟ ਨਾ ਆਵਈ, ਅਗਣਤ ਭਰੇ ਭੰਡਾਰ। ਉਹਨੇ ਜੋ ਬੇਸ਼ੁਮਾਰ ਦਾਤਾਂ ਦਿੱਤੀਆਂ ਹਨ, ਇੱਕ ਛੋਟੀ ਚੀਜ਼ ਤੋਂ ਲੈ ਕੇ ਤੇ ਇੱਕ ਵੱਡੀ ਤੋਂ ਵੱਡੀ ਚੀਜ਼ ਤੱਕ, ਉਸ ਵਿੱਚੋਂ ਬਾਣੀ ਚੋਂ ਜਦੋਂ ਅਸੀਂ ਪੜ੍ਹਦੇ ਹਾਂ ਤੇ ਗੁਰੂ ਮਹਾਰਾਜ ਇਸ ਸਰੀਰ ਨੂੰ ਵੀ ਇੱਕ ਦਾਤ ਮੰਨਦੇ ਹਨ ਕਿ ਇਹ ਸਰੀਰ ਵੀ ਇੱਕ ਉਹਦੀ ਦਿੱਤੀ ਹੋਈ ਦਾਤ ਹੈ। ਇਹਦੇ ਬਾਰੇ ਅਸੀਂ ਸੁਖਮਨੀ ਸਾਹਿਬ ਦੀ ਬਾਣੀ ਚੋਂ ਪੜ੍ਹਦੇ ਆਉਂਦੇ ਹਾਂ, ਜਿੱਥੇ ਗੁਰੂ ਮਹਾਰਾਜ ਇਸ ਗੱਲ ਨੂੰ ਬੜੇ ਸੋਹਣੇ ਢੰਗ ਨਾਲ ਆਖਦੇ ਹਨ। ਉਹ ਕਹਿੰਦੇ ਹਨ, ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੈ ਉਬਾਰਿਆ।
ਇਸ ਪੂਰੀ ਪਦੀ ਦੇ ਅੰਦਰ ਸਤਿਗੁਰੂ ਜੀ ਨੇ ਸਰੀਰ ਉਸ ਪਰਮੇਸ਼ਰ ਵੱਲੋਂ ਦਿੱਤਾ ਹੋਇਆ ਇੱਕ ਬੇਸ਼ੁਮਾਰ ਜਾਂ ਇਉਂ ਕਹਿ ਲਓ ਬੇਸ਼ਕੀਮਤੀ ਤੋਹਫਾ ਸਮਝਿਆ ਹੈ। ਬਾਣੀ ਦੇ ਵਿੱਚ ਹੋਰ ਵੀ ਬਚਨ ਹਨ, ਉਹ ਵੀ ਸਾਂਝੇ ਕਰ ਦੇਵਾਂ। ਜਿੱਥੇ ਗੁਰੂ ਮਹਾਰਾਜ ਇਹ ਕਹਿੰਦੇ ਹਨ, ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੈ ਬਾਰ, ਜਿਉ ਬਨ ਫਲ ਪਾਕੈ ਭੂਏ ਗਰੈ, ਬਹੁਰ ਨਾ ਡਰ ਲਾਗੈ ਡਾਰ। ਜਾਂ ਇੱਕ ਬਚਨ ਗੁਰੂ ਸਾਹਿਬ ਜੀ ਦਾ ਇਉਂ ਵੀ ਆਉਂਦਾ ਹੈ, ਮਾਨਸ ਜਨਮ ਦੁਲੰਭ ਗੁਰਮੁਖ ਪਾਇਆ। ਇਉਂ ਕਰਕੇ ਅਸੀਂ ਬਾਣੀ ਵਿੱਚੋਂ ਬਹੁਤ ਸਾਰੇ ਦ੍ਰਿਸ਼ਟਾਂਤ ਐਸੇ ਲੈ ਸਕਦੇ ਹਾਂ, ਜਿੱਥੇ ਇੱਕ ਪਾਸੇ ਇਸ ਸਰੀਰ ਨੂੰ ਗੁਰੂ ਮਹਾਰਾਜ ਨੇ ਪਰਮੇਸ਼ਰ ਦੀ ਇੱਕ ਅਮੋਲਕ ਦਾਤ ਮੰਨਿਆ ਹੈ। ਦੂਜੇ ਪਾਸੇ ਜਦੋਂ ਇਸ ਸਰੀਰ ਦੀ ਹੋਂਦ ਦੀ ਗੱਲ ਆਈ, ਭਾਵ ਇਸ ਸਰੀਰ ਦੀ ਹੋਂਦ ਦੀ ਗੱਲ ਆਈ, ਤਾਂ ਗੁਰੂ ਮਹਾਰਾਜ ਨੇ ਉੱਥੇ ਇਹ ਕਿਹਾ ਕਿ ਇਹਦੀ ਹੋਂਦ ਸਮਝ ਲਓ ਇਉਂ ਹੈ ਜਿਵੇਂ ਪਾਣੀ ਦੇ ਵਿੱਚ ਬੁਲਬੁਲਾ ਹੈ। ਇਹਦੀ ਹੋਂਦ ਇਉਂ ਹੈ ਜਿਵੇਂ ਬੱਦਲਾਂ ਦੀ ਪਰਛਾਈ ਹੈ। ਇਹਦੀ ਹੋਂਦ ਇਉਂ ਹੈ ਜਿਵੇਂ ਇੱਕ ਤਾਲਾਬ ਜਾਂ ਇੱਕ ਛੱਪੜ ਦੇ ਵਿੱਚ ਉਗੀ ਹੋਈ ਪਾਨ ਪੱਤੀ ਹੈ। ਇਹਦੀ ਹੋਂਦ ਇਉਂ ਹੈ ਜਿਵੇਂ ਘਰ ਦੇ ਵਿੱਚ ਆਏ ਹੋਏ ਰਿਸ਼ਤੇਦਾਰ ਨੇ, ਭਾਵ ਸਾਕ ਸੰਬੰਧੀ ਨੇ, ਉਹ ਜ਼ਿਆਦੀ ਦੇਰ ਨਹੀਂ ਰਹਿੰਦੇ। ਬਾਣੀ 'ਚ ਬੜੀਆਂ ਉਦਾਹਰਨਾਂ ਦੇ ਕੇ ਸਤਿਗੁਰ ਨੇ ਸਰੀਰ ਦੀ ਹੋਂਦ ਨੂੰ ਛਿਣ ਭੰਗੁਰ ਦਾ ਭਾਵ ਹੈ ਥੋੜ ਚਿਰੀ ਬਿਆਨਿਆ ਹੈ। ਅਸੀਂ ਬਾਣੀ ਦਾ ਇੱਕ ਬਚਨ ਪੜ੍ਹਦੇ ਹਾਂ, ਗੁਰੂ ਨਾਨਕ ਸਾਹਿਬ ਮਹਾਰਾਜ ਦਾ ਉਹ ਬਚਨ ਹੈ, ਜਿੱਥੇ ਉਹ ਕਹਿੰਦੇ ਨੇ, ਧਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ। ਧਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ, ਪੱਬਣ ਕੇਰੇ ਪਤ ਜਿਉ ਢਲ ਢੁੱਲ ਜੁੰਮਣ ਹਾਰ। ਰੰਗ ਮਾਣ ਲੈ ਪਿਆਰਿਆ ਜਾਂ ਜੋਬਨ ਨੌ ਹੁੱਲਾ, ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ। ਜਾਂ ਬਾਬਾ ਕਬੀਰ ਸਾਹਿਬ ਦਾ ਬਚਨ ਪੜ੍ਹਦੇ ਹਾਂ, ਉਹ ਕਹਿੰਦੇ ਨੇ, ਦਿਨ ਤੇ ਪਹਿਰ ਤੇ ਘਰੀਆਂ, ਆਵ ਕਟੈ ਤਨ ਛੀਜੈ, ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਵਣ ਵਿਦ ਕੀਜੈ, ਸੋ ਦਿਨ ਆਵਣ ਲਾਗਾ। ਮਾਤ ਪਿਤਾ ਭਾਈ ਸੁਤ ਬਨਤਾ, ਕਹੋ ਕੋਉ ਹੈ ਕਾਂਕਾ। ਸੋ ਦੋ ਵਿਚਾਰਾਂ ਸਾਡੇ ਸਾਹਮਣੇ ਆ ਗਈਆਂ। ਬਾਣੀ ਚੋਂ ਇੱਕ ਵਿਚਾਰ ਇਹ ਨਿਖਰ ਕੇ ਸਾਹਮਣੇ ਆਈ ਕਿ ਇਹ ਉਹਦੀ ਦਾਤ ਹੈ, ਬੜੀ ਅਮੋਲਕ ਦਾਤ ਹੈ। ਦੂਜੇ ਬੰਨੇ ਇਹ ਗੱਲ ਨਿਕਲ ਕੇ ਸਾਹਮਣੇ ਆ ਗਈ ਕਿ ਜੇ ਇਸ ਸਰੀਰ ਦੀ ਹੋਂਦ ਦੀ ਗੱਲ ਕਰੀਏ ਤਾਂ ਇਹ ਪਾਣੀ ਤੇ ਬੁਲਬੁਲੇ ਵਰਗਾ ਹੈ, ਇਹ ਸਮਝ ਲਓ ਰੇਤ ਦੀ ਦੀਵਾਰ ਵਰਗਾ ਹੈ, ਇਹ ਸਮਝ ਲਓ ਛੱਪੜ ਦੇ ਵਿੱਚ ਉੱਗੀ ਹੋਈ ਪਾਨ ਪੱਤੀ ਵਰਗਾ ਹੈ, ਇਹ ਸਮਝ ਲਓ ਘਰ ਆਏ ਹੋਏ ਰਿਸ਼ਤੇਦਾਰ ਵਰਗਾ ਹੈ, ਇਹ ਸਮਝ ਲਓ ਕਿ ਇਸ ਸੰਸਾਰ ਦੀਆਂ ਹੋਰ ਥੋੜ ਚਿਰੀਆਂ ਚੀਜ਼ਾਂ ਜਿਵੇਂ ਬੱਦਲਾਂ ਦੀ ਪਰਛਾਈ ਇਹਦੇ ਵਰਗਾ ਹੈ। ਇਹਨਾਂ ਦੋਵਾਂ ਵਿਚਾਰਾਂ ਦੇ ਵਿੱਚ ਇੱਕ ਵਿਚਾਰ ਹੋਰ ਹੈ ਇਸ ਸਰੀਰ ਦੇ ਪ੍ਰਥਾਏ ਬਾਣੀ ਦੇ ਵਿੱਚ। ਇਹ ਦੋਵੇਂ ਸਿਰੇ ਮੈਂ ਤੁਹਾਡੇ ਸਾਹਮਣੇ ਰੱਖ ਦਿੱਤੇ ਨੇ। ਇੱਕ ਬੰਨੇ ਹੋਂਦ, ਜਦੋਂ ਹੋਂਦ ਦੀ ਗੱਲ ਆਈ ਤੇ ਗੁਰੂ ਮਹਾਰਾਜ ਕਹਿੰਦੇ ਇਹ ਸਰੀਰ ਸਮਝ ਲਓ ਇਉਂ ਹੈ ਕਿ ਇਹਨੇ ਕਿੱਥੇ ਕੁ ਢਹਿ ਢੇਰੀ ਹੋ ਜਾਣਾ ਕੋਈ ਪਤਾ ਨਹੀਂ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਅਸੀਂ ਬਚਨ ਪੜ੍ਹਦੇ ਹਾਂ, ਹਮ ਆਦਮੀ ਹਾਂ ਇੱਕ ਦਮੀ ਮੋਹਲਤ ਦਾ ਮਤਲਬ ਹੁੰਦਾ ਹੈ ਸਮਾਂ। ਜਿਵੇਂ ਆਪਾਂ ਕਿਸੇ ਬੰਦੇ ਨੂੰ ਸਮਾਂ ਦੇ ਦਈਏ ਕਿ ਤੇਰੇ ਕੋਲ ਇੰਨੀ ਕੁ ਮੋਹਲਤ ਹੀ, ਕਹਿਣ ਲੱਗੇ ਕਿੰਨੀ ਕਿ ਨੂੰ ਮੋਹਲਤ ਮਿਲੀ ਹੈ ਸਰੀਰ ਨੂੰ, ਕਿਸੇ ਨੂੰ ਪਤਾ ਨਹੀਂ। ਮੋਹਤ ਨਾ ਜਾਣਾ, ਨਾਨਕ ਬਿਨਵੈ ਤਿਸੈ ਸਰੇਵੋ, ਜਾ ਕੇ ਜੀ ਪ੍ਰਾਣਾ। ਸੋ ਮੋਹਲਤ ਦੀ ਗੱਲ ਆਈ, ਇਹ ਸਰੀਰ ਨੂੰ ਕੋਈ ਮੋਹਲਤ ਨਹੀਂ। ਜਿੱਥੇ ਦਾਤ ਦੀ ਗੱਲ ਆਈ ਤਾਂ ਇਹ ਗੱਲ ਬਾਣੀ ਨੇ ਆਖੀ, ਪਰਮੇਸ਼ਰ ਦੀ ਇਹ ਅਮੋਲਕ ਦਾਤ ਹੈ, ਉਹਦੀ ਇਹ ਅਮੋਲਕ ਬਖਸ਼ਿਸ਼ ਹੈ ਕਿ ਉਸਨੇ ਇਹ ਸਰੀਰ ਸਾਨੂੰ ਦਿੱਤਾ। ਇਹਨਾਂ ਦੋਵਾਂ ਦੇ ਵਿੱਚ, ਇਹਨਾਂ ਦੋ ਕਿਨਾਰਿਆਂ ਦੇ ਵਿੱਚ ਜਿਹੜੀਆਂ ਦੋ ਵਿਚਾਰਾਂ ਮੈਂ ਤੁਹਾਡੇ ਸਾਹਮਣੇ ਰੱਖੀਆਂ, ਇੱਕ ਦਾਤ ਵਾਲੀ ਕਿ ਅਮੋਲਕ ਦਾਤ ਹੈ, ਦੂਜੀ ਇਹ ਰੱਖੀ ਕਿ ਇਹ ਸਰੀਰ ਦੀ ਕੋਈ ਹੋਂਦ ਨਹੀਂ, ਇਹਨੇ ਕਿੱਥੇ ਢਹਿ ਢੇਰੀ ਹੋ ਜਾਣਾ ਕਿਸੇ ਨੂੰ ਪਤਾ ਨਹੀਂ। ਇਹ ਦੋਵੇਂ ਗੱਲਾਂ ਬਾਣੀ ਨੇ ਕਹੀਆਂ। ਇਹਨਾਂ ਦੋਵਾਂ ਦੇ ਵਿਚਾਰੇ ਇੱਕ ਗੱਲ ਬਾਣੀ ਨੇ ਹੋਰ ਕਹੀ ਹੈ। ਅੱਜ ਦੇ ਸ਼ਬਦ ਅੰਦਰ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਉਸ ਤੀਜੀ ਵਿਚਾਰ ਵੱਲ ਸਾਡਾ ਧਿਆਨ ਖਿੱਚ ਰਹੇ ਨੇ।
ਇਹ ਦੋ ਵਿਚਾਰਾਂ ਬਾਣੀ ਚੋਂ ਬੜੀਆਂ ਅਸੀਂ ਵਾਰ-ਵਾਰ ਪੜ੍ਹਦੇ ਹਾਂ। ਜਦੋਂ ਅਸੀਂ ਕਿਸੇ ਮ੍ਰਿਤਕ ਪ੍ਰਾਣੀ ਦੇ ਭੋਗ ਤੇ ਜਾਈਏ ਤੇ ਜ਼ਿਆਦਾਤਰ ਅਸੀਂ ਸਰੀਰ ਦੇ ਛਿਣ ਭੰਗਰ ਹੋਣ ਦੇ, ਸਰੀਰ ਦੇ ਨਿਸ਼ਟ ਹੋਣ ਦੇ, ਸਰੀਰ ਦੇ ਖਤਮ ਹੋ ਜਾਣ ਦੇ ਵਿਖਿਆਨ ਬਾਣੀ ਚੋਂ ਬਹੁਤ ਸਾਰੇ ਸੁਣਦੇ ਹਾਂ। ਸਾਡੇ ਇਤਿਹਾਸ ਵਿੱਚ ਇਹਦੇ ਪਰਥਾਏ ਬਹੁਤ ਸਾਰੇ ਦ੍ਰਿਸ਼ਟਾਂਤ ਸਾਡੇ ਗੁਰੂ ਸਾਹਿਬਾਨ ਨੇ ਵੀ ਦਿੱਤੇ ਨੇ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਬਾਬਾ ਬੁੱਢਾ ਜੀ ਦੀ ਪਹਿਲੀ ਮਿਲਣੀ, ਜਦੋਂ ਉਹ ਬਾਬਾ ਜਾਂ ਭਾਈ ਬੂੜਾ ਜੀ ਸਨ, ਉੱਥੇ ਇਹੀ ਦ੍ਰਿਸ਼ਟਾਂਤ ਸੀ ਜਿਹੜਾ ਬਾਬਾ ਬੁੱਢਾ ਜੀ ਨੇ ਜਾਂ ਭਾਈ ਬੂੜਾ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਆਪਣਾ ਸਵਾਲ ਰੱਖਿਆ ਸੀ ਕਿ ਹੇ ਮਹਾਰਾਜ, ਇਸ ਜੀਵਨ ਦਾ ਰਹੱਸ ਕੀ ਹੈ। ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਬੂੜਾ ਜੀ ਨੂੰ ਪੁੱਛਿਆ ਸੀ ਕਿ ਤੁਹਾਨੂੰ ਕੀ ਲੱਗਦਾ ਹੈ, ਤੁਸੀਂ ਕੀ ਤੱਕਿਆ, ਤੁਸੀਂ ਕੀ ਸੋਚਿਆ। ਤਾਂ ਉਹ ਕਹਿੰਦੇ ਮੈਂ ਇਹ ਸੋਚਿਆ ਜਾਂ ਇਹ ਦੇਖਿਆ ਹੈ ਕਿ ਜਦੋਂ ਮੇਰੀ ਮਾਂ ਚੁੱਲ੍ਹੇ ਤੇ ਪ੍ਰਸ਼ਾਦੇ, ਸਬਜ਼ੀ ਜਾਂ ਘਰ ਦੇ ਖਾਣ ਵਾਲੇ ਪਦਾਰਥ ਪਕਾਉਂਦੀ ਹੈ ਤਾਂ ਉਹ ਚੁੱਲ੍ਹੇ ਵਿੱਚ ਲੱਕੜਾਂ ਲਾਉਂਦੀ ਹੈ। ਤੇ ਮੈਂ ਬੜੇ ਗੌਰ ਨਾਲ ਦੇਖਿਆ, ਜੋ ਲੱਕੜਾਂ ਛੋਟੀਆਂ ਹਨ ਉਹ ਜਲਦੀ ਬਲ ਉੱਠਦੀਆਂ ਹਨ। ਮੈਨੂੰ ਜ਼ਿੰਦਗੀ ਦਾ ਇਉਂ ਰਹੱਸ ਸਮਝ ਆਇਆ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਦ੍ਰਿਸ਼ਟਾਂਤ ਸਤਿਗੁਰ ਨੇ ਬਾਣੀ ਵਿੱਚ ਜਾਂ ਇਤਿਹਾਸ ਵਿੱਚ ਸਾਡੇ ਸਾਹਮਣੇ ਰੱਖੇ। ਖੈਰ, ਅਸੀਂ ਜਿਹੜੀ ਦੋਵਾਂ ਦੇ ਵਿੱਚ ਦੀ ਗੱਲ ਹੈ, ਜਿਹੜੀ ਅੱਜ ਦੇ ਸ਼ਬਦ 'ਚ ਆਈ ਹੈ, ਉਹਦੇ ਬਾਰੇ ਚਰਚਾ ਆਰੰਭ ਕਰਦੇ ਹਾਂ। ਗੁਰੂ ਮਹਾਰਾਜ ਕਹਿੰਦੇ, ਗੁਰੂ ਅਰਜਨ ਸਾਹਿਬ ਕਹਿੰਦੇ, ਹਰ ਜਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵੇ ਰਾਮ। ਹਰ ਜਪੇ ਹਰ ਮੰਦਰ ਸਾਜਿਆ। ਹਰੀ ਨੇ ਇਸ ਸਰੀਰ ਨੂੰ ਇੱਕ ਮੰਦਰ ਦੇ ਨਿਆਈ ਬਣਾਇਆ। ਮੰਦਰ ਦਾ ਮਤਲਬ ਹੈ, ਮੰਦਰ ਦਾ ਅਰਥ ਘਰ ਵੀ ਆਉਂਦਾ ਹੈ ਤੇ ਮੰਦਰ ਦਾ ਅਰਥ ਇੱਕ ਧਾਰਮਿਕ ਅਸਥਾਨ ਵੀ ਆਉਂਦਾ ਹੈ। ਬਾਣੀ ਵਿੱਚ ਜਿੱਥੇ ਧਾਰਮਿਕ ਅਸਥਾਨ ਦਾ ਜ਼ਿਕਰ ਆਏਗਾ ਉੱਥੇ ਸ਼ਬਦ ਮੰਦਰ ਨਹੀਂ ਆਏਗਾ, ਉੱਥੇ ਸ਼ਬਦ ਦਿਉਰਾ ਆਏਗਾ। ਧਿਆਨ ਨਾਲ ਸਮਝਣਾ। ਕਈ ਵਾਰੀ ਅਸੀਂ ਭੁਲੇਖਾ ਖਾਂਦੇ ਹਾਂ। ਬਾਣੀ 'ਚ ਜਿੱਥੇ ਮੰਦਰ ਸ਼ਬਦ ਆਉਂਦਾ ਹੈ, ਅਸੀਂ ਉਸ ਨੂੰ ਸਨਾਤਨ ਮਤ ਦੇ ਮੰਦਰ ਸ਼ਬਦ ਨਾਲ ਕਈ ਵਾਰ ਤਸ਼ਬੀਹ, ਤੁਲਨਾ ਦੇ ਦਿੰਦੇ ਹਾਂ ਕਿ ਸ਼ਾਇਦ ਗੁਰੂ ਮਹਾਰਾਜ ਇੱਥੇ ਮੰਦਰ ਦੀ ਗੱਲ ਕਰ ਰਹੇ ਨੇ। ਧਿਆਨ ਦੇਣਾ, ਗੁਰੂ ਮਹਾਰਾਜ ਨੇ ਜਿੱਥੇ ਸਨਾਤਨ ਮਤ ਦੇ, ਜਿੱਥੇ ਦੇਵਤਾ ਨਿਵਾਸ ਕਰਦਾ, ਮੂਰਤੀ ਨਿਵਾਸ ਕਰਦੀ ਹੈ, ਉਹਦਾ ਜ਼ਿਕਰ ਜਦੋਂ ਕੀਤਾ, ਉੱਥੇ ਸ਼ਬਦ ਉਹਨਾਂ ਨੇ ਦਿਉਰਾ ਵਰਤਿਆ ਹੈ। ਜਿਵੇਂ ਭਗਤ ਨਾਮਦੇਵ ਜੀ ਦੇ ਜੀਵਨ ਦੀ ਇੱਕ ਘਟਨਾ ਦਾ ਜ਼ਿਕਰ ਉਹਨਾਂ ਨੇ ਆਪਣੀ ਬਾਣੀ ਵਿੱਚ ਕੀਤਾ ਹੈ, ਫੇਰ ਦਿਆ ਨਾਮੇ ਕੋ ਦੇਹੁਰਾ। ਹਾਲਾਂਕਿ ਹੈ ਉਹ ਮੰਦਰ ਸੀਗਾ, ਪਰ ਉਹਨਾਂ ਨੇ ਸ਼ਬਦ ਮੰਦਰ ਨਹੀਂ ਵਰਤਿਆ, ਉੱਥੇ ਉਹਨਾਂ ਨੇ ਸ਼ਬਦ ਦਿਉਰਾ ਵਰਤਿਆ। ਫੇਰ ਦਿਆ ਨਾਮੇ ਕੋ ਦੇਹੁਰਾ, ਪੰਡੀਅਨ ਕੋ ਪਿਸ਼ਵਾਰ ਲਾ। ਇਵੇਂ ਹੀ ਬਾਬਾ ਕਬੀਰ ਸਾਹਿਬ ਜੀ ਨੇ ਆਪਣੀ ਬਾਣੀ ਦੇ ਅੰਦਰ ਜਦੋਂ ਰੱਬ ਦੀ ਹੋਂਦ ਦੀ ਗੱਲ ਕੀਤੀ ਤਾਂ ਉਹਨਾਂ ਨੇ ਦੋ ਸ਼ਬਦ ਵਰਤੇ, ਇੱਕ ਮਸੀਤ ਵਰਤਿਆ ਤੇ ਇੱਕ ਦਿਉਰਾ ਵਰਤਿਆ ਕਿ ਕਬੀਰ ਦਾ ਪਰਮੇਸ਼ਰ, ਕਬੀਰ ਦਾ ਰੱਬ ਨਾ ਦਿਉਰੇ ਦੇ ਵਿੱਚ ਹੈ ਅਤੇ ਨਾ ਹੀ ਮਸੀਹ ਦੇ ਵਿੱਚ ਹੈ। ਉਹ ਕਿੱਥੇ ਹੈ? ਉਹ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ। ਬਾਬਾ ਕਬੀਰ ਸਾਹਿਬ ਦਾ ਬਚਨ ਹੈ। ਖੈਰ, ਮੈਂ ਇਸ ਕਰਕੇ ਬਚਨ ਤੁਹਾਡੇ ਨਾਲ ਸਾਂਝਾ ਕੀਤਾ, ਬਾਣੀ ਦੇ ਸ਼ਬਦਾਂ ਦੀ ਪਹੁੰਚ ਨੂੰ ਅਸੀਂ ਆਪਣੀ ਸੁਰਤ ਨਾਲ ਸਮਝੀਏ, ਪਕੜੀਏ। ਇਹ ਨਾ ਹੋਵੇ ਬਾਣੀ ਸਾਡੀ ਸੁਰਤ ਨੂੰ ਕਿਸੇ ਹੋਰ ਬੰਨੇ ਖਿੱਚ ਕੇ ਲਿਜਾਣੀ ਚਾਹ ਰਹੀ ਹੈ ਤੇ ਅਸੀਂ ਉਸ ਨੂੰ ਕਿਸੇ ਹੋਰ ਬੰਨੇ ਮੋੜਾ ਦੇ ਦਈਏ। ਸੋ ਮੰਦਰ ਦਾ ਭਾਵ ਇੱਥੇ ਹੈ ਘਰ, ਟਿਕਾਣਾ, ਰਹਿਣ ਦੀ ਜਗ੍ਹਾ, ਨਾ ਕਿ ਕਿਸੇ ਧਾਰਮਿਕ ਅਸਥਾਨ ਨੂੰ ਗੁਰੂ ਮਹਾਰਾਜ ਕਹਿ ਰਹੇ ਹਨ। ਸੋ ਗੁਰੂ ਅਰਜਨ ਸਾਹਿਬ ਕਹਿੰਦੇ, ਹਰ ਜਪੇ ਹਰ ਮੰਦਰ ਸਾਜਿਆ। ਹਰੀ ਨੇ ਇਹ ਜੋ ਮੰਦਰ, ਇਹ ਜੋ ਘਰ ਬਣਾਇਆ, ਇਹ ਸਰੀਰ ਰੂਪੀ ਘਰ ਬਣਾਇਆ, ਸਾਜਿਆ, ਇਹਦੇ ਨਾਲ ਤੂੰ ਕੀ ਕਰਨਾ ਹੈ? ਇਹ ਬੰਦਿਆ, ਹਰ ਜਪੇ, ਇਹਦੇ ਨਾਲ ਤੂੰ ਹਰੀ ਨੂੰ ਜਪ ਕਰਨਾ, ਹਰੀ ਦਾ ਜਪ ਕਰਨਾ। ਸੋ ਮੈਂ ਫਿਰ ਥੋੜਾ ਜਿਹਾ ਪਿੱਛੇ ਮੁੜਾਂ। ਅਸੀਂ ਦੋ ਗੱਲਾਂ ਵਿਚਾਰਾਂ ਨੂੰ ਸ਼ੁਰੂ 'ਚ ਸਮਝਿਆ ਸੀ। ਇੱਕ ਇਹ ਕਿ ਇਹ ਸਰੀਰ ਅਮੋਲਕ ਦਾਤ ਹੈ,
ਦੂਜਾ ਅਸੀਂ ਇਹ ਸਮਝਿਆ ਸੀ ਬਾਣੀ ਦੇ ਦ੍ਰਿਸ਼ਟਾਂਤ ਦੁਆਰਾ ਕਿ ਇਹ ਸਰੀਰ ਦੀ ਕੋਈ ਪਾਇਆ ਨਹੀਂ, ਇਹ ਥੋੜੇ ਸਮੇਂ 'ਚ ਹੀ ਵਿਨਸ ਜਾਏਗਾ। ਇਹਨਾਂ ਦੋਵਾਂ ਦੇ ਵਿੱਚ ਜਿਹੜੀ ਤੀਜੀ ਗੱਲ ਉਹ ਇਹ ਹੈ ਕਿ ਇਹ ਸਰੀਰ ਮਿਲਿਆ ਕਿਉਂ, ਇਹ ਅਮੋਲਕ ਹੈ, ਇਹਦੀ ਹੋਂਦ ਜ਼ਿਆਦਾ ਚਿਰ ਨਹੀਂ, ਫਿਰ ਇਹ ਮਿਲਿਆ ਕਿਉਂ। ਸਤਿਗੁਰੂ ਇਸ ਗੱਲ ਦਾ ਖੁਲਾਸਾ ਅੱਜ ਦੇ ਸ਼ਬਦ 'ਚ ਕਰ ਰਹੇ। ਇਹ ਤੀਜੀ ਵਿਚਾਰ ਹੈ ਬਾਣੀ ਦੀ, ਜਿਸ ਵਿੱਚ ਗੁਰਬਾਣੀ ਕਹਿੰਦੀ ਹੈ ਕਿ ਇਹ ਸਰੀਰ ਉਹਦੇ ਜਾਪ, ਉਹਦੇ ਜਪ ਲਈ ਮਿਲਿਆ। ਤਾਂ ਗੁਰੂ ਨੇ ਜ਼ਿਕਰ ਕੀਤਾ, ਹਰ ਜਪੇ ਹਰ ਮੰਦਰ ਸਾਜਿਆ। ਹਰੀ ਨੇ ਇਹ ਮੰਦਰ ਸਾਜਿਆ ਤੇ ਇਹਦੇ ਦੁਆਰਾ ਅਸੀਂ ਹਰੀ ਦਾ ਜਪ ਕਰਨਾ, ਉਹਦੇ ਗੁਣਾਂ ਦਾ ਗੁਣਗਾਨ ਕਰਨਾ। ਸੰਤ ਭਗਤ ਗੁਣ ਗਾਵੈ ਰਾਮ। ਜਿਹੜੇ ਸੰਤ ਨੇ, ਇੱਥੇ ਸੰਤ ਸ਼ਬਦ ਦਾ ਭਾਵ ਹੈ ਸਤ ਸੰਗੀ ਜਨ, ਇੱਥੇ ਭਗਤ ਦਾ ਭਾਵ ਹੈ ਉਹਦੇ ਭਗਤ। ਕਹਿੰਦੇ ਸਤ ਸੰਗੀ ਜਨ ਅਤੇ ਭਗਤ ਇਸ ਸਰੀਰ ਦੇ ਦੁਆਰਾ ਉਹਦੇ ਗੁਣਾਂ ਦਾ ਗੁਣਗਾਨ ਕਰ ਰਹੇ ਨੇ। ਭਾਵ ਜਿਸ ਮਕਸਦ ਲਈ ਇਹ ਸਰੀਰ ਬਣਿਆ ਸੀ, ਉਸ ਮਕਸਦ ਦੇ ਲਈ ਉਹ ਇਸ ਸਰੀਰ ਦੀ ਵਰਤੋਂ ਕਰ ਰਹੇ ਹਨ। ਤਾਂ ਗੁਰੂ ਕਹਿੰਦੇ ਸੰਤ ਭਗਤ ਗੁਣ ਗਾਵੈ ਰਾਮ। ਸਿਮਰ ਸਿਮਰ ਸੁਆਮੀ ਪ੍ਰਭ ਆਪਣਾ। ਸੰਤ ਤੇ ਭਗਤ ਆਪਣੇ ਸੁਆਮੀ ਨੂੰ ਇਸ ਸਰੀਰ ਦੇ ਦੁਆਰਾ ਸਿਮਰ ਕੇ, ਭਾਵ ਚੇਤੇ ਕਰ ਕਰਕੇ, ਸਗਲੇ ਪਾਪ ਤਜਾਵੈ ਰਾਮ। ਆਪਣੀ ਸੁਰਤ ਨੂੰ ਲੱਗੇ ਹੋਏ ਪਾਪਾਂ ਨੂੰ ਤਜਾ ਦਾ ਮਤਲਬ ਹੈ ਛੱਡ ਦਿੰਦੇ ਨੇ, ਦੂਰ ਕਰ ਦਿੰਦੇ ਨੇ। ਭਾਵ ਬਾਣੀ ਦੇ ਅੰਦਰ ਜਦੋਂ ਪਾਪ ਦਾ ਜ਼ਿਕਰ ਆਉਂਦਾ ਹੈ ਤਾਂ ਪਾਪ ਦਾ ਸੰਬੰਧ ਗੁਰਬਾਣੀ ਸਾਡੇ ਅੰਦਰ ਦੇ ਨਾਲ ਜੋੜਦੀ, ਸਾਡੀ ਸੁਰਤ ਦੇ ਨਾਲ ਜੋੜਦੀ। ਇਹਦੇ ਬਾਰੇ ਬਾਣੀ ਚੋਂ ਮੈਂ ਕੁਝ ਕੁ ਸ਼ਬਦ ਤੁਹਾਡੇ ਨਾਲ ਸਾਂਝੇ ਕਰਾਂਗਾ। ਪਾਪ ਤੇ ਪੁੰਨ, ਇਹ ਦੋਵੇਂ ਗੱਲਾਂ ਦਾ ਜ਼ਿਕਰ ਬਾਣੀ ਦੇ ਵਿੱਚ ਬੜੀ ਵਾਰ ਆਏਗਾ। ਬੜੀ ਵਾਰ ਸਤਿਗੁਰੂ ਜੀ ਪਾਪ ਦਾ ਜ਼ਿਕਰ ਵੀ ਕਰਨਗੇ ਤੇ ਪੁੰਨ ਦਾ ਜ਼ਿਕਰ ਵੀ ਕਰਨਗੇ। ਅਸੀਂ ਅੱਜ ਦੇ ਬਚਨ ਅੰਦਰ ਪਾਪ ਦਾ ਜ਼ਿਕਰ ਸਮਝਾਂਗੇ। ਬਾਣੀ ਆਂਦੀ ਹੈ ਪਾਪ ਇੱਕ ਭੈੜੀ ਚੀਜ਼ ਹੈ, ਬੁਰੀ ਚੀਜ਼ ਹੈ, ਜਿਹਦੇ ਬਾਰੇ ਬਾਣੀ ਦੇ ਵਿੱਚ ਜ਼ਿਕਰ ਹੈ ਪਾਪ ਬੁਰਾ ਪਾਪੀ ਕੋ ਪਿਆਰਾ। ਪਾਪ ਨੂੰ ਗੁਰੂ ਮਹਾਰਾਜ ਨੇ ਬੁਰਾ ਆਖਿਆ, ਪਰ ਕਹਿੰਦੇ ਪਾਪ ਕਰਨ ਵਾਲੇ ਨੂੰ ਇਹ ਪਿਆਰਾ ਲੱਗਦਾ, ਚੰਗਾ ਲੱਗਦਾ। ਪਾਪ ਬੁਰਾ ਪਾਪੀ ਕੋ ਪਿਆਰਾ। ਦੂਜੀ ਗੱਲ, ਬੰਦਾ ਕਿਸ ਕਾਰਨ ਪਾਪ ਕਰਦਾ ਹੈ, ਪਾਪ ਦੀ ਜੜ ਕਿੱਥੇ ਹੈ, ਇਹਦੀ ਹੋਂਦ ਕਿੱਥੇ ਹੈ। ਭਾਵ ਸਾਡੀ ਸੁਰਤ ਦੇ ਅੰਦਰ ਪਾਪ ਪੈਦਾ ਕਦੋਂ ਹੁੰਦਾ ਹੈ, ਇਹਦਾ ਜ਼ਿਕਰ ਵੀ ਸਤਿਗੁਰ ਨੇ ਬਾਣੀ 'ਚ ਕੀਤਾ ਹੈ। ਮਹਾਰਾਜ ਕਹਿੰਦੇ ਪਹਿਲਾਂ ਪਾਪ ਨਹੀਂ ਪੈਦਾ ਹੁੰਦਾ, ਪਾਪ ਨੂੰ ਜਨਮ ਦੇਣ ਵਾਲੀਆਂ, ਇਹਦੀਆਂ ਜਨਮਦਾਤੀਆਂ ਕੋਈ ਹੋਰ ਚੀਜ਼ ਹੈ। ਉਹ ਕੌਣ ਹੈ? ਗੁਰੂ ਮਹਾਰਾਜ ਬਾਣੀ 'ਚ ਜ਼ਿਕਰ ਕਰਦੇ, ਕਹਿੰਦੇ ਪਾਪ ਕਰੈ ਪੰਚਾਂ ਕੇ ਬਸਰੇ, ਤੀਰਥ ਨਹਾਏ ਕਹੈ ਸਭ ਉਤਰੇ, ਬਹੁਰ ਕਮਾਵੇ ਹੋਏ ਨਿਸੰਕ, ਜੰਪੁਰ ਬਾਂਧ ਖੜੈ ਕਾਲੰਕ। ਦੁਬਾਰਾ ਫੇਰ ਬਚਨ ਨੂੰ ਸਮਝਿਓ। ਗੁਰੂ ਮਹਾਰਾਜ ਪਾਪ ਦੀ ਜੜ ਨੂੰ ਖਤਮ ਕਰਨਾ ਚਾਹੁੰਦੇ ਹਨ। ਜਿਵੇਂ ਸਾਡੇ ਪੰਜਾਬੀ ਦੇ ਵਿੱਚ ਇੱਕ ਅਖਾਣ ਹੈ ਕਿ ਜੜ ਨੂੰ ਪਕੜੋ, ਜਿੱਥੋਂ ਕੋਈ ਚੀਜ਼ ਪੈਦਾ ਹੁੰਦੀ ਹੈ ਉਹਨੂੰ ਫੜੋ। ਤਾਂ ਗੁਰੂ ਮਹਾਰਾਜ ਨੇ ਪਵਿੱਤਰ ਬਾਣੀ ਦੇ ਅੰਦਰ ਪਾਪ ਦੀ ਜੜ ਨੂੰ ਫੜਿਆ ਕਿ ਇਹ ਪੈਦਾ ਕਿੱਥੋਂ ਹੋਇਆ। ਤਾਂ ਇਹਦੀ ਪੈਦਾਇਸ਼ ਗੁਰੂ ਮਹਾਰਾਜ ਨੇ 5 ਚੀਜ਼ਾਂ ਨੂੰ ਮੰਨਿਆ। ਗੁਰੂ ਮਹਾਰਾਜ ਕਹਿੰਦੇ ਪਾਪ ਕਰੇ ਪੰਚਾਂ। ਪੰਚਾਂ ਦਾ ਮਤਲਬ ਹੁੰਦਾ 5, 1 2 3 4 5। ਇੱਥੇ ਪੰਚਾਂ ਦਾ ਮਤਲਬ ਹੈ 5। ਕਹਿੰਦੇ ਬੰਦਾ 5 ਚੀਜ਼ਾਂ ਦੇ ਵਸ ਜਦੋਂ ਪੈ ਜਾਏ ਤਾਂ ਉਦੋਂ ਇਹ ਪਾਪ ਕਰਦਾ। ਭਾਵ 5 ਚੀਜ਼ਾਂ ਬੰਦੇ ਦੇ ਕੋਲੋਂ ਪਾਪ ਕਰਵਾਉਂਦੀਆਂ ਨੇ। ਉਹ ਕਿਹੜੀਆਂ ਨੇ? ਉਹਨਾਂ ਦਾ ਜ਼ਿਕਰ ਬਾਣੀ ਦੇ ਵਿੱਚ ਵਾਰ-ਵਾਰ ਆਉਂਦਾ ਹੈ। ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ। ਇਹਦਾ ਮਤਲਬ ਹੈ ਸਾਨੂੰ ਪਾਪ ਨੂੰ ਖਤਮ ਕਰਨ ਦੀ ਲੋੜ ਨਹੀਂ। ਪਾਪ ਦੀ ਨੀਂਹ ਜਿਹੜੀ ਹੈ ਉਹ ਕਾਮ ਤੇ ਟਿਕੀ ਹੈ, ਕ੍ਰੋਧ ਤੇ ਟਿਕੀ ਹੈ, ਲੋਭ ਤੇ ਟਿਕੀ ਹੈ, ਮੋਹ ਤੇ ਟਿਕੀ ਹੈ, ਅਹੰਕਾਰ ਤੇ ਟਿਕੀ ਹੈ।
ਇਸੇ ਕਰਕੇ ਸਤਿਗੁਰੂ ਜੀ ਸਾਡਾ ਧਿਆਨ ਜਿਹੜਾ ਹੈ ਉਹ ਪਾਪ ਵਾਲੇ ਪਾਸੇ ਨਹੀਂ, ਸਾਡਾ ਧਿਆਨ ਇਹਨਾਂ 5 ਚੀਜ਼ਾਂ ਵਾਲੇ ਪਾਸੇ ਨੂੰ ਖਿੱਚਦੇ ਹਨ ਕਿ ਜੇ ਤੇਰੇ ਅੰਦਰ ਕਾਮ ਦਾ ਸੰਜਮ ਹੈ ਤਾਂ ਤੇਰੇ ਅੰਦਰ ਪਾਪ ਪੈਦਾ ਹੀ ਨਹੀਂ ਹੋਏਗਾ। ਜੇ ਤੇਰੇ ਅੰਦਰ ਕ੍ਰੋਧ ਦਾ ਸੰਜਮ ਹੈ ਤਾਂ ਤੇਰੇ ਅੰਦਰ ਪਾਪ ਪੈਦਾ ਹੀ ਨਹੀਂ ਹੋਏਗਾ। ਜੇ ਤੇਰੇ ਅੰਦਰ ਲੋਭ ਦਾ ਸੰਜਮ ਹੈ, ਮੈਂ ਸ਼ਬਦ ਵਰਤ ਰਿਹਾ ਲੋਭ ਦਾ ਸੰਜਮ, ਦੁਬਾਰਾ ਫਿਰ ਇਸ ਨੁਕਤੇ ਨੂੰ ਸਮਝਿਓ। ਕਈ ਵਾਰੀ ਇਹ ਗੱਲ ਕਹੀ ਜਾਂਦੀ ਹੈ ਕਿ ਕਾਮ ਨੂੰ ਖਤਮ ਕਰ ਦੇਣਾ ਹੈ, ਕ੍ਰੋਧ ਨੂੰ ਖਤਮ ਕਰ ਦੇਣਾ ਹੈ, ਲੋਭ ਨੂੰ ਖਤਮ ਕਰ ਦੇਣਾ ਹੈ। ਬਾਣੀ ਖਤਮ ਕਰਨ ਦੀ ਗੱਲ ਨਹੀਂ ਕਰਦੀ, ਬਾਣੀ ਇਹਨਾਂ 5 ਚੀਜ਼ਾਂ ਦੇ ਸੰਜਮ ਦੀ ਗੱਲ ਕਰਦੀ ਹੈ। ਜਿਵੇਂ ਅੱਗ ਸਾਡੇ ਲਈ ਹਾਨੀਕਾਰਕ ਹੈ ਪਰ ਅੱਗ ਦਾ ਸੰਜਮ ਸਾਡੇ ਲਈ ਲਾਭਦਾਇਕ ਹੈ। ਬਾਣੀ ਵਿੱਚ ਇਹ ਉਦਾਹਰਨਾਂ ਸਾਨੂੰ ਬੜੀ ਵਾਰ ਮਿਲਦੀਆਂ ਨੇ। ਭਾਈ ਗੁਰਦਾਸ ਜੀ ਨੇ ਵੀ ਇਹਨੂੰ ਵਰਤਿਆ, ਕਹਿੰਦੇ ਉਹੀ ਅੱਗ ਹੈ ਜੇ ਜੰਗਲ ਨੂੰ ਲੱਗ ਜਾਏ ਤਾਂ ਸਾਰਾ ਜੰਗਲ ਤਬਾਹ ਕਰ ਦਿੰਦੀ ਹੈ। ਕਹਿੰਦੇ ਉਹੀ ਅੱਗ ਹੈ ਜੇ ਘਰ ਨੂੰ ਲੱਗ ਜਾਏ ਤਾਂ ਘਰ ਸਾੜ ਦਿੰਦੀ ਹੈ। ਪਰ ਕਹਿੰਦੇ ਉਹੀ ਅੱਗ ਹੈ ਜਦੋਂ ਸੰਜਮ ਦੇ ਵਿੱਚ ਚੁੱਲ੍ਹੇ 'ਚ ਬਲਦੀ ਹੈ ਤਾਂ ਉਹ ਘਰ ਦਾ ਪ੍ਰਸ਼ਾਦਾ ਵੀ ਤਿਆਰ ਕਰਦੀ ਹੈ। ਉਹ ਘਰ ਦੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਤਿਆਰ ਕਰਕੇ ਬੰਦੇ ਦੇ ਲਈ ਜੀਵਨ ਦਾ ਸਾਧਨ ਬਣ ਜਾਂਦੀ। ਕਹਿੰਦੇ ਉਹੀ ਅੱਗ ਹੈ ਇੱਕ ਲੋਹਾਰ ਤਰਖਾਣ ਦੀ ਦੁਕਾਨ ਤੇ ਬਲ ਰਹੀ ਹੈ, ਉਹਦੀ ਭੱਠੀ ਦੇ ਵਿੱਚ ਉਥੋਂ ਸ਼ਸਤਰ ਤਿਆਰ ਹੁੰਦੇ ਨੇ, ਹਥਿਆਰ ਤਿਆਰ ਹੁੰਦੇ ਨੇ, ਔਜ਼ਾਰ ਤਿਆਰ ਹੁੰਦੇ ਨੇ, ਹੋਰ ਕਿੰਨੇ ਕੰਮ ਜਿਹੜੇ ਨੇ ਉਹਦੇ ਦੁਆਰਾ ਤਿਆਰ ਕੀਤੇ ਜਾਂਦੇ। ਉਹ ਸੰਜਮ 'ਚ ਹੈ। ਸੋ ਗੁਰਬਾਣੀ ਨੇ ਕਾਮ ਦੇ ਸੰਜਮ ਦੀ ਗੱਲ ਕੀਤੀ ਹੈ, ਕ੍ਰੋਧ ਦੇ ਸੰਜਮ ਦੀ ਗੱਲ ਕੀਤੀ ਹੈ। ਤੋਂ ਮੈਂ ਜਿਹੜਾ ਨੁਕਤਾ ਤੁਹਾਡੇ ਨਾਲ ਸਾਂਝਾ ਕਰ ਰਿਹਾ, ਗੁਰੂ ਕਹਿੰਦੇ ਤੈਨੂੰ ਆਪਣਾ ਧਿਆਨ ਪਾਪ ਵਾਲੇ ਪਾਸੇ ਨਹੀਂ, ਤੈਨੂੰ ਆਪਣਾ ਧਿਆਨ ਕਾਮ ਵਾਲੇ ਪਾਸੇ ਇਕਾਗਰ ਕਰਨਾ ਚਾਹੀਦਾ ਕਿ ਤੇਰੇ ਅੰਦਰ ਕਾਮ ਦਾ ਸੰਜਮ ਪੈਦਾ ਹੋਏ। ਤੈਨੂੰ ਆਪਣਾ ਧਿਆਨ ਕ੍ਰੋਧ ਵਾਲੇ ਪਾਸੇ ਇਕਾਗਰ ਕਰਨਾ ਚਾਹੀਦਾ ਹੈ ਕਿ ਤੇਰੇ ਅੰਦਰ ਕ੍ਰੋਧ ਦਾ ਸੰਜਮ ਪੈਦਾ ਹੋਏ। ਜਦੋਂ ਇਹਨਾਂ 5 ਚੀਜ਼ਾਂ ਦਾ ਸੰਜਮ ਤੇਰੇ ਅੰਦਰ ਪੈਦਾ ਹੋਇਆ ਤਾਂ ਆਪਣੇ ਆਪ ਤੇਰੇ ਅੰਦਰ ਪਾਪ ਪੈਦਾ ਹੀ ਨਹੀਂ ਹੋਏਗਾ। ਹੁਣ ਅਗਲੀ ਗੱਲ, ਇਹਨਾਂ 5 ਚੀਜ਼ਾਂ ਦਾ ਸੰਜਮ ਕੌਣ ਪੈਦਾ ਕਰੇਗਾ? ਸੰਜਮ ਦਾ ਅਰਥ ਮੈਂ ਥੋੜਾ ਜਿਹਾ ਹੋਰ ਸੌਖਾ ਕਰ ਦਵਾਂ, ਜਿਹਨੂੰ ਆਪਾਂ ਕਹਿੰਦੇ ਆ ਬੈਲੈਂਸ, ਜਿਹਨੂੰ ਆਪਾਂ ਕਹਿੰਦੇ ਆ ਬੈਲੈਂਸ ਮਿਲਾ ਕੇ ਚੱਲਣਾ। ਤੋ ਸੰਜਮ ਨੂੰ ਜੇ ਸੌਖਾ ਸਮਝਣਾ ਹੈ ਤਾਂ ਆਪਾਂ ਉਹ ਕਹਿ ਸਕਦੇ ਆ ਕ੍ਰੋਧ ਦਾ ਸੰਜਮ, ਲੋਭ ਦਾ ਸੰਜਮ, ਭਾਵ ਲੋਭ ਦਾ ਬੈਲੈਂਸ। ਹੁਣ ਜੇ ਲੋਭ ਨਹੀਂ, ਜਿਹਨੂੰ ਅਸੀਂ ਲਾਲਚ ਕਹਿੰਦੇ, ਬਾਣੀ 'ਚ ਲਾਲਚ ਨੂੰ ਮਾੜਾ ਵੀ ਕਿਹਾ, ਪਰ ਬਾਣੀ ਨੇ ਲਾਲਚ ਉਸ ਨੂੰ ਮਾੜਾ ਕਿਹਾ, ਨਾਲ ਇੱਕ ਸ਼ਰਤ ਵੀ ਗੁਰੂ ਮਹਾਰਾਜ ਨੇ ਲਿਖੀ। ਲਾਲਚ ਕਿੱਥੇ ਹੈ? ਚੀਜ਼ਾਂ ਸਾਨੂੰ ਚਾਹੀਦੀਆਂ ਨੇ, ਚੀਜ਼ਾਂ ਤੋਂ ਬਿਨਾ ਬੰਦੇ ਦੇ ਜੀਵਨ ਦਾ ਬਸਰ ਨਹੀਂ। ਪਰ ਗੁਰਦੇਵ ਕਹਿੰਦੇ ਲਾਲਚ ਉਹ ਹੈ ਜਿੱਥੇ ਬੰਦੇ ਦੀ ਅੱਖ ਕਿਸੇ ਦੂਜੇ ਦੀ ਚੀਜ਼ ਤੇ ਟਿਕਦੀ ਹੈ, ਜਿੱਥੇ ਉਹ ਆਪ ਮਿਹਨਤ ਕਰਕੇ ਕਮਾ ਰਿਹਾ। ਗੁਰੂ ਮਹਾਰਾਜ ਨੇ ਉਹਨੂੰ ਲਾਲਚ ਨਹੀਂ ਆਖਿਆ। ਇਹਨੂੰ ਸਮਝੋ, ਬਾਣੀ ਦੇ ਵਿੱਚ ਸਤਿਗੁਰ ਨੇ ਇੱਕ ਜ਼ਿਕਰ ਕੀਤਾ ਕੁੱਤੇ ਦੀ ਉਦਾਹਰਨ ਦਾ, ਕੂਕਰ ਦੀ ਉਦਾਹਰਨ ਦਾ। ਉੱਥੇ ਉਹ ਕਹਿੰਦੇ ਨੇ, ਕਹਿਣ ਲੱਗੇ ਜਿਉ ਕੂਕਰ ਹਰਕਾਇਆ ਧਾਏ, ਜਿਉ ਕੂਕਰ ਹਰਕਾਇਆ ਧਾਏ, ਲੋਭੀ ਜੰਤ ਨ ਜਾਣਈ ਭਖ ਅਪਖ। ਜਿਵੇਂ ਕੁੱਤਾ ਲੁਕਾਇਆ ਹੋ ਗਿਆ, ਉਹਦੀ ਨਿਸ਼ਾਨੀ ਕੀ ਹੈ ਕਿ ਉਹ ਮਾਲਕ ਨੂੰ ਵੀ ਵੱਢਦਾ ਹੈ ਤੇ ਬਗਾਨੇ ਨੂੰ ਵੀ ਵੱਢਦਾ ਹੈ। ਉਹਦੇ ਅੰਦਰ ਭੇਦ ਨਹੀਂ ਰਹਿੰਦਾ। ਹਾਲਾਂਕਿ ਵੱਢਣਾ ਕੁੱਤੇ ਦੀ ਫਿਤਰਤ ਹੈ, ਉਹਦਾ ਗੁਣ ਹੈ। ਜੇ ਉਹ ਨਹੀਂ ਵੱਢੇਗਾ ਤੇ ਕੋਈ ਉਹਨੂੰ ਆਪਣੇ ਘਰ ਨਹੀਂ ਰੱਖੇਗਾ, ਜੇ ਉਹ ਨਹੀਂ ਭੌਂਕੇਗਾ ਤੇ ਕੋਈ ਘਰ ਨਹੀਂ ਰੱਖੇਗਾ। ਮਾਲਕ ਨੇ ਘਰੇ ਤਾਂ ਹੀ ਰੱਖਿਆ ਹੈ ਕਿ ਜਦੋਂ ਕੋਈ ਬਾਹਰੀ ਬੰਦਾ ਆਏ, ਕੁੱਤਾ ਭੌਂਕਦਾ ਹੈ ਤੇ ਉਹਨੂੰ ਪਤਾ ਲੱਗ ਜਾਏ। ਪਰ ਜਦੋਂ ਉਹਦੇ ਅੰਦਰ ਲਾਲਚ ਪੈਦਾ ਹੋ ਜਾਂਦਾ ਹੈ, ਉਸ ਵਕਤ ਉਹ ਬਗਾਨਿਆਂ ਤੇ ਵੀ ਭੌਂਕਦਾ ਹੈ ਤੇ ਮਾਲਕ ਤੇ ਵੀ ਭੌਂਕਦਾ ਹੈ। ਇਸੇ ਨੂੰ ਗੁਰੂਦੇਵ ਕਹਿੰਦੇ ਨੇ, ਕਹਿੰਦੇ ਇਹੀ ਚੀਜ਼ ਹੈ। ਇਸ ਨੁਕਤੇ ਨੂੰ ਸਮਝਣ ਦੀ ਲੋੜ ਹੈ। ਲਾਲਚ ਬੁਰਾ ਨਹੀਂ, ਲਾਲਚ ਉਹ ਮਾੜਾ ਹੈ ਜਿੱਥੇ ਬੰਦੇ ਦੇ ਅੰਦਰ ਭਖ ਤੇ ਅਪਖ ਦਾ ਮਤਭੇਦ ਖਤਮ ਹੋ ਜਾਂਦਾ। ਇੱਕ ਉਹ ਚੀਜ਼ਾਂ ਨੇ, ਭਖ ਕਹਿੰਦੇ ਨੇ ਜਿਹੜੀਆਂ ਖਾਣ ਯੋਗ ਨੇ, ਭਾਵ ਜਿਹੜੀਆਂ ਉਹਦੀਆਂ ਆਪਣੀ ਕਮਾਈ ਦੀਆਂ ਨੇ, ਤੇ ਅਪਖ ਉਹਨੂੰ ਕਹਿੰਦੇ ਨੇ ਜਿਹੜੀਆਂ ਨਾ ਖਾਣ ਯੋਗ, ਜਿਹਨੂੰ ਆਪਾਂ ਕਹਿੰਦੇ ਆ ਕਿਸੇ ਦੇ ਦੂਜੇ ਦੀ ਕਮਾਈ ਦੀਆਂ। ਤਾਂ ਗੁਰਦੇਵ ਕਹਿੰਦੇ ਲਾਲਚ ਉਹ ਹੈ ਜਿੱਥੇ ਬੰਦੇ ਦੇ ਅੰਦਰ ਇਹ ਭਾਵ ਖਤਮ ਹੋ ਜਾਏ ਕਿ ਇਹ ਮੇਰਾ ਹੈ ਤੇ ਇਹ ਬਗਾਨਾ ਹੈ, ਇਹ ਖਤਮ ਹੋ ਜਾਏ, ਜਿੱਥੇ ਸਭ ਕੁਝ ਮੇਰਾ ਹੀ ਹੈ। ਸੋ ਫਿਰ ਸਮਝੋ, ਇਹ ਬੜਾ ਇੱਕ ਗਹਿਰਾ ਨੁਕਤਾ ਹੈ ਸਤਿਗੁਰ ਦੀ ਬਾਣੀ ਦਾ। ਫਿਰ ਮੈਂ ਵਾਪਸ ਪਰਤਦਾ। ਅੱਜ ਪਾਪ ਦੀ ਗੱਲ ਚੱਲੀ। ਗੁਰੂ ਕਹਿੰਦੇ
ਤੈਨੂੰ ਪਾਪ ਤੋਂ ਨਿਜਾਤ ਚਾਹੀਦੀ ਹੈ। ਪਾਪ ਦੀ ਜੜ 5 ਚੀਜ਼ਾਂ ਨੇ। ਇਸ ਕਰਕੇ ਗੁਰੂ ਪਾਪ ਵਾਲੇ ਸਭਾਂ ਨੇ ਸਾਡਾ ਧਿਆਨ ਇਕਾਗਰ ਨਹੀਂ ਕਰਦੇ। ਸਾਨੂੰ ਕਹਿੰਦੇ ਤੂੰ ਇਹਨਾਂ 5 ਚੀਜ਼ਾਂ ਦਾ ਸੰਜਮ ਪੈਦਾ ਕਰ। ਕਾਮ ਦਾ, ਕਿਉਂਕਿ ਕਾਮ ਚੋਂ ਹੀ ਪਾਪ ਪੈਦਾ ਹੋਣਾ, ਕ੍ਰੋਧ ਚੋਂ ਹੀ ਪਾਪ ਪੈਦਾ ਹੋਣਾ, ਲੋਭ ਚੋਂ ਹੀ ਪਾਪ ਪੈਦਾ ਹੋਣਾ। ਇਹਨਾਂ 5 ਚੀਜ਼ਾਂ ਦਾ ਸੰਜਮ ਪੈਦਾ ਕਰ। ਹੁਣ ਇਹ ਸੰਜਮ ਕਿਵੇਂ ਪੈਦਾ ਹੋਏ? ਇਸ ਸੰਜਮ ਨੂੰ ਪੈਦਾ ਕਰਨ ਦੇ ਲਈ ਗੁਰੂ ਮਹਾਰਾਜ ਬਾਣੀ 'ਚ ਕਹਿੰਦੇ ਨੇ ਤੂੰ ਨਾਮ ਜਪ। ਬਸ ਇੱਥੇ ਆ ਕੇ ਗੱਡੀ ਰੁਕ ਜਾਂਦੀ ਹੈ। ਇੱਥੇ ਆ ਕੇ ਉਹ ਚੀਜ਼ਾਂ ਨੂੰ ਖਤਮ ਕਰ ਦਿੰਦੇ ਨੇ। ਕਹਿੰਦੇ ਇਹਨਾਂ 5 ਚੀਜ਼ਾਂ ਦਾ ਸੰਜਮ ਨਾਮ ਵਿੱਚੋਂ ਪੈਦਾ ਹੋਏਗਾ। ਭਾਵੇਂ ਇਹਨਾਂ 5 ਚੀਜ਼ਾਂ ਨੂੰ ਜੇ ਕੋਈ ਬੈਲੈਂਸ ਕਰੇਗਾ ਤੇ ਉਹ ਨਾਮ ਬੈਲੈਂਸ ਕਰੇਗਾ। ਇਸੇ ਕਰਕੇ ਵਾਰ-ਵਾਰ ਸਾਰੀ ਗੱਲ ਲਿਆ ਕੇ ਉਹ ਨਾਮ ਤੇ ਖਤਮ ਕਰਦੇ ਨੇ। ਕਹਿੰਦੇ ਨਾਮ ਉਹ ਤਾਕਤ ਹੈ ਜਿਸ ਨੇ ਪੂਰੀ ਦੁਨੀਆ ਨੂੰ ਬੈਲੈਂਸ ਕੀਤਾ ਹੋਇਆ ਹੈ। ਤੇ ਬੰਦਿਆ ਤੂੰ ਤੇ ਬੜੀ ਛੋਟੀ ਚੀਜ਼ ਹੈ, ਤੈਨੂੰ ਤੇ ਬੈਲੈਂਸ ਕਰਨਾ ਬੜਾ ਸੌਖਾ ਹੈ। ਆਪਾਂ ਪੜ੍ਹਦੇ ਹਾਂ ਨਾ, ਜੇਤਾ ਕੀਤਾ ਤੇਤਾ ਨਾਉ। ਜਿੰਨਾ ਵੀ ਪਸਾਰਾ ਹੈ ਇਹ ਨਾਮ 'ਚ ਵੱਜਿਆ ਹੋਇਆ ਹੈ। ਅੱਗੇ ਮੈਂ ਇੱਕ ਦਿਨ ਜ਼ਿਕਰ ਕੀਤਾ ਸੀ ਕਿ ਨਾਮ ਤੇ ਹੁਕਮ 'ਚ ਕੋਈ ਫਰਕ ਨਹੀਂ। ਹਰ ਇੱਕ ਦੁਨੀਆ ਦੀ ਚੀਜ਼ ਨਾਮ 'ਚ ਵੱਜੀ ਹੈ। ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਗਲੇ ਜੰਤ। ਆਪਾਂ ਸੁਖਮਨੀ ਸਾਹਿਬ ਦੀ ਬਾਣੀ 'ਚੋਂ ਪੜ੍ਹਦੇ। ਹਰ ਇੱਕ ਚੀਜ਼ ਬ੍ਰਹਿਮੰਡ ਪੂਰਾ ਨਾਮ 'ਚ ਵੱਜਾ। ਜੇ ਨਾਮ ਪੂਰੇ ਬ੍ਰਹਿਮੰਡ ਨੂੰ ਬੈਲੈਂਸ ਕਰ ਸਕਦਾ ਹੈ, ਧਰਤੀ ਵੀ ਇੱਕ ਗੋਲਾ ਹੈ, ਸੂਰਜ ਵੀ ਇੱਕ ਗੋਲਾ ਹੈ। ਅਸੀਂ ਇੱਥੋਂ ਤੱਕ ਸਮਝ ਚੁੱਕੇ ਹਾਂ ਸਾਇੰਸ ਜਾਂ ਵਿਗਿਆਨ ਦੀ ਮਦਦ ਨਾਲ ਕਿ ਇਹ ਗੋਲੇ ਨੇ, ਪਰ ਇੱਕ ਬੈਲੈਂਸ ਵਿੱਚ ਚੱਲ ਰਹੇ ਨੇ, ਕਦੀ ਆਪਸ 'ਚ ਟਕਰਾਉਂਦੇ ਨਹੀਂ। ਜੇ ਏਡੀ ਵੱਡੀ ਕੁਦਰਤ ਨੂੰ ਕੁਦਰਤ ਵਾਲਾ ਬੈਲੈਂਸ ਕਰ ਸਕਦਾ ਹੈ ਤਾਂ ਬੰਦਾ ਤੇ ਉਹਦੇ ਸਾਹਮਣੇ ਬੜਾ ਛੋਟਾ ਹੈ, ਬੜੀ ਉਹਦੀ ਛੋਟੀ ਜੀ ਘਾੜਤ ਹੈ। ਇਹਨੂੰ ਨਾਮ ਬੈਲੈਂਸ ਕਰ ਦੇਗਾ। ਇਸੇ ਕਰਕੇ ਗੁਰੂ ਮਹਾਰਾਜ ਸਾਨੂੰ ਵਾਰ-ਵਾਰ ਨਾਮ ਵੱਲ ਪ੍ਰੇਰਦੇ ਨੇ ਕਿ ਤੂੰ ਨਾਮ ਦੇ ਨਾਲ ਜੁੜ। ਤਾਂ ਹੀ ਅੱਜ ਦੇ ਬਚਨ 'ਚ ਜ਼ਿਕਰ ਆਇਆ, ਕਹਿੰਦੇ ਆ ਸਰੀਰ ਤੈਨੂੰ ਮਿਲਿਆ, ਇਹ ਮੰਦਰ ਹੈ, ਇਹਦੇ ਨਾਲ ਤੂੰ ਰੱਬ ਦਾ ਨਾਮ ਜਪਣਾ ਹੈ। ਜਿਹੜੇ ਸੰਤ ਤੇ ਭਗਤ ਨੇ ਉਹ ਰੱਬ ਦਾ ਨਾਮ ਜਪ ਰਹੇ ਨੇ ਤੇ ਜਪ ਕੇ ਕੀ ਕਰ ਰਹੇ ਨੇ? ਸਿਮਰ ਸਿਮਰ ਸੁਆਮੀ ਪ੍ਰਭ ਆਪਣਾ, ਸਗਲੇ ਪਾਪ ਤਜਾਵੇ ਰਾਮ। ਉਹ ਸਾਰੇ ਦੇ ਸਾਰੇ ਪਾਪ, ਭਾਵ ਪਾਪ ਦੀ ਜੜ ਕਾਮ ਤੇ ਕ੍ਰੋਧ ਤੇ ਲੋਭ ਤੇ ਮੋਹ ਤੇ ਹੰਕਾਰ, ਇਹਨਾਂ ਨੂੰ ਬੈਲੈਂਸ ਵਿੱਚ ਸਮਝਣ 'ਚ ਕਰ ਲੈਂਦੇ ਨੇ। ਹਰ ਗੁਣ ਗਾਏ, ਹਰੀ ਦੇ ਗੁਣਾਂ ਨੂੰ ਭਾਵ ਨਾਮ ਨੂੰ ਜਪ ਕੇ ਪਰਮ ਪਦ ਪਾਏ। ਉਹ ਆਪਣੀ ਆਤਮਿਕ ਅਵਸਥਾ ਨੂੰ ਉੱਚਾ ਚੁੱਕ ਲੈਂਦੇ, ਸੁਰਤ ਨੂੰ ਉੱਚਾ ਚੁੱਕ ਲੈਂਦੇ ਨੇ। ਪ੍ਰਭ ਕੀ ਉਤਮ ਬਾਣੀ, ਰੱਬ ਦੀ ਉੱਤਮ ਬਾਣੀ ਉਹਨਾਂ ਦੀ ਸੁਰਤ ਵਿੱਚ ਘਰ ਕਰ ਜਾਂਦੀ ਹੈ, ਟਿਕਾਣਾ ਕਰ ਜਾਂਦੀ ਹੈ। ਸਹਿਜ ਕਥਾ ਪ੍ਰਭ ਕੀ ਅਤ ਮੀਠੀ। ਹੁਣ ਇਹਨੂੰ ਥੋੜਾ ਜਿਹਾ ਸਮਝੋ। ਸਹਿਜ ਕਥਾ, ਇਹ ਸਹਿਜ ਕਥਾ ਕੀ ਹੈ? ਜਦੋਂ ਕਥਾ ਦਾ ਜ਼ਿਕਰ ਆਉਂਦਾ ਹੈ ਤਾਂ ਸਾਡਾ ਧਿਆਨ ਉਸੇ ਵੇਲੇ, ਜਿਵੇਂ ਹੁਣ ਮੈਂ ਤੁਹਾਡੇ ਸਾਹਮਣੇ ਬੋਲ ਰਿਹਾ, ਅਸੀਂ ਇਸ ਨੂੰ ਕਥਾ ਕਹਿੰਦੇ ਹਾਂ ਨਹੀਂ। ਬਾਣੀ ਨੂੰ ਜਦੋਂ ਪੜਾਂਗੇ, ਜੋ ਮੈਂ ਤੁਹਾਡੇ ਸਾਹਮਣੇ ਬੋਲ ਰਿਹਾ ਇਹ ਸ਼ਬਦਾਂ ਦੀ ਵਿਚਾਰ ਹੈ। ਹਾਲਾਂਕਿ ਸਾਡੀ ਪਰੰਪਰਾ ਦੇ ਵਿੱਚ ਇਹਨੂੰ ਕਥਾ ਕਹਿੰਦੇ ਆ, ਸਾਡੇ ਸਾਹਿਤ ਵਿੱਚ ਇਹਨੂੰ ਕਥਾ ਕਿਹਾ ਗਿਆ, ਇਹਨੂੰ ਸ਼ਬਦਾਂ ਦੀ ਵਿਚਾਰ ਵੀ ਕਿਹਾ ਗਿਆ। ਪਰ ਮੈਂ ਵਾਰ-ਵਾਰ ਇਸ ਗੱਲ ਦਾ ਜ਼ਿਕਰ ਤੁਹਾਡੇ ਸਾਹਮਣੇ ਕਰਦਾ ਕਿ ਸਤਿਗੁਰ ਦੇ ਪਵਿੱਤਰ ਸ਼ਬਦਾਂ ਦੀ ਸਤਹ ਨੂੰ ਅਸੀਂ ਇਹਨਾਂ ਉੱਚੇ, ਇਹਨਾਂ ਉੱਪਰ ਨਾ ਮੰਨੀਏ। ਇਹਨਾਂ ਸ਼ਬਦਾਂ ਦੀ ਸਤਹ ਬੜੀ ਡੂੰਘੀ ਹੈ, ਭਾਵ ਇਹਨਾਂ ਦੀ ਜੜ ਬੜੀ ਡੂੰਘੀ ਹੈ। ਕਿਸੇ ਬੰਦੇ ਦੇ ਦੁਆਰਾ 4 ਲਫ਼ਜ਼ਾਂ ਦੇ ਅਰਥ ਕਰ ਦੇਣੇ ਇਹ ਕੋਈ ਕਥਾ ਨਹੀਂ। ਫਿਰ ਸਮਝੋ ਇਸ ਨੁਕਤੇ ਨੂੰ ਬਾਣੀ 'ਚ, ਕਿਉਂਕਿ ਇਹ ਸ਼ਬਦ ਬੜੀ ਵਾਰੀ ਆਏਗਾ। ਕਥਾ, ਕਥਾ ਇੱਕ ਬੜੀ ਡੂੰਘੀ ਚੀਜ਼ ਹੈ, ਇੱਕ ਬੜਾ ਇੱਕ ਗਹਿਰਾ ਗੁਰਮਤ ਦਾ ਉਹ ਵਿਸ਼ਾ ਹੈ ਜਿਹਨੂੰ ਜਦੋਂ ਅਸੀਂ ਬਾਣੀ 'ਚੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਸਾਨੂੰ ਸਮਝ ਆਏਗਾ। ਜੋ ਮੈਂ ਤੁਹਾਡੇ ਸਾਹਮਣੇ ਕਰ ਰਿਹਾ ਇਹ ਸ਼ਬਦਾਂ ਦਾ ਇੱਕ ਉੱਪਰਲੇ ਸਤਲਾ ਦਾ ਵਿਖਿਆਨ ਤੇ ਹੋ ਸਕਦਾ ਹੈ। ਕਥਾ ਦਾ ਭਾਵ ਹੈ ਜਦੋਂ ਬੰਦਾ ਖੁਦ, ਬੰਦੇ ਦੇ ਅੰਦਰ ਦੀ ਇੱਕ ਖਾਸ ਉਹ ਅਵਸਥਾ ਹੈ। ਇਹਨੂੰ ਥੋੜਾ ਜਿਹਾ ਮੈਂ ਸੌਖੇ ਤਰੀਕੇ ਦੇ ਨਾਲ ਤੁਹਾਡੇ ਸਾਹਮਣੇ ਰੱਖਾਂਗਾ ਕਿ ਅਸੀਂ ਬਾਹਰੀ ਤੌਰ ਤੇ ਕਥਾ ਦਾ ਮਤਲਬ ਇਹ ਸਮਝ ਰਹੇ ਹਾਂ ਕਿ ਕੋਈ ਬੰਦਾ ਸੁਣਾ ਰਿਹਾ, ਅਸੀਂ ਸੁਣ ਰਹੇ ਹਾਂ, ਬਚਨ ਸੁਣਾ ਰਿਹਾ, ਅਸੀਂ ਸੁਣ ਰਹੇ ਹਾਂ। ਇਵੇਂ
ਇਕੱਲਾ ਬੰਦਾ, ਇਕੱਲੇ ਬੰਦੇ ਦੇ ਅੰਦਰ ਦੋ ਚੀਜ਼ਾਂ ਨੇ, ਇੱਕ ਉਹਦੀ ਸੁਰਤ ਹੈ, ਇੱਕ ਉਹਦਾ ਮਨ ਹੈ। ਕਈ ਵਾਰੀ ਸੁਰਤ ਮਨ ਨਾਲ ਗੱਲਾਂ ਕਰਦੀ ਹੈ ਤੇ ਕਈ ਵਾਰੀ ਮਨ ਜਿਹੜਾ ਸੁਰਤ ਦੇ ਨਾਲ ਗੱਲਾਂ ਕਰਦਾ, ਆਪਸੀ, ਜਿਹਨੂੰ ਬਾਣੀ ਨੇ ਆਖਿਆ ਸਵੈ ਪੜਚੋਲ। ਜਦੋਂ ਇਹ ਦੋਵੇਂ ਚੀਜ਼ਾਂ ਆਪਸ ਵਿੱਚ ਇੱਕ ਦੂਜੇ ਦੇ ਨਾਲ ਅੰਦਰ ਗੱਲਾਂ ਕਰਦੀਆਂ, ਭਾਵ ਕੁਝ ਖਿਆਲ ਮਨ ਸੁਰਤ ਨੂੰ ਕਹਿੰਦਾ ਹੈ ਤੇ ਸੁਰਤ ਮਨ ਨੂੰ ਕਹਿੰਦੀ ਹੈ, ਇਹਨੂੰ ਗੁਰੂ ਬਾਣੀ ਨੇ ਸਹਿਜ ਕਥਾ ਆਖਿਆ। ਭਾਵ ਜਦੋਂ ਬੰਦਾ ਆਪਣੇ ਅੰਦਰ ਦੀ ਆਵਾਜ਼ ਆਪ ਸੁਣਨ ਲੱਗ ਜਾਂਦਾ ਹੈ, ਜਿਹਨੂੰ ਬਾਣੀ ਨੇ ਆਖਿਆ ਮਨ ਜੀਤਾ ਜਗ ਜੀਤ, ਇਹਨੂੰ ਗੁਰਬਾਣੀ ਸਹਿਜ ਕਥਾ ਆਉਂਦੀ ਹੈ ਕਿ ਪਹਿਲਾਂ ਤੂੰ ਆਪਣੇ ਅੰਦਰ ਦੀ ਆਵਾਜ਼ ਤੇ ਸੁਣ। ਇਸੇ ਨੂੰ ਬਾਬਾ ਫਰੀਦ ਸਾਹਿਬ ਨੇ ਆਖਿਆ, ਆਪ ਨੜੈ ਗਿਰਵਾਣ ਮੈਂ ਸਿਰ ਨੀਵਾਂ ਕਰ ਦੇਖ। ਤੂੰ ਪਹਿਲਾਂ ਆਪਣੇ ਅੰਦਰ ਦੀ ਆਵਾਜ਼ ਨੂੰ ਤੇ ਸੁਣ, ਆਪਣੇ ਅੰਦਰ ਤੇ ਝਾਤ ਮਾਰ। ਅੱਜ ਆਹੀ ਦਿੱਕਤ ਹੈ, ਇਹੀ ਇੱਕ ਪਰੇਸ਼ਾਨੀ ਹੈ। ਸੋ ਬਾਣੀ ਵਿੱਚ ਇਸ ਵਿਆਖਿਆ ਨੂੰ ਅਸੀਂ ਬੜੀ ਲੰਮੀ ਲੱਭ ਸਕਦੇ ਹਾਂ। ਖੈਰ, ਸਤਿਗੁਰੂ ਗੁਰੂ ਮਹਾਰਾਜ ਕਹਿੰਦੇ ਜਦੋਂ ਮੈਂ ਉੱਚੀ ਆਤਮਿਕ ਅਵਸਥਾ ਹਾਸਲ ਕਰ ਲਈ ਤੇ ਹੁਣ ਮੇਰੇ ਅੰਦਰ ਇੱਕ ਸਹਿਜ ਕਥਾ ਚੱਲੀ ਹੈ। ਤੁਸੀਂ ਰੋਜ਼ ਆਨੰਦ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਹੋ, ਉਹਦੇ 'ਚ ਜ਼ਿਕਰ ਆਉਂਦਾ ਹੈ, ਉਹਦੇ 'ਚ ਜ਼ਿਕਰ ਆਉਂਦਾ ਪਰੀਆਂ ਦਾ। ਅਸੀਂ ਪਹਿਲੀ ਪੌੜੀ ਪੜ੍ਹਦੇ ਹਾਂ, ਉਹਦੇ 'ਚ ਜ਼ਿਕਰ ਆਉਂਦਾ ਹੈ, ਕਦੀ ਧਿਆਨ ਨਾਲ ਉਸ ਨੂੰ ਪੜ੍ਹਨਾ। ਆਨੰਦ ਸੁਣੋ ਵਡਭਾਗੀਓ ਸਗਲ ਮਨੋਰਥ ਪੂਰੇ, ਇਹ ਅਖੀਰ ਵਾਲੀ ਹੈ। ਜਦੋਂ ਅਸੀਂ ਪਹਿਲੀ ਪੜ੍ਹਦੇ ਹਾਂ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਪਰੀਆਂ। ਇਹ ਕਿੱਥੇ ਨੇ ਪਰੀਆਂ? ਇਹ ਪਰੀਆਂ ਦਾ ਦੇਸ਼ ਕਿਹੜਾ ਹੈ? ਜੇ ਗੁਰੂ ਕਹਿ ਰਿਹਾ ਇਹਦਾ ਮਤਲਬ ਕੁਛ ਨਾ ਕੁਛ ਤਾਂ ਹੋਏਗਾ। ਇਹ ਪਰੀਆਂ ਕਿੱਥੇ ਨੇ? ਉਹ ਕਿਹੜੀਆਂ ਪਰੀਆਂ ਨੇ ਜਿਹੜੀਆਂ ਗੀਤ ਗਾ ਰਹੀਆਂ ਨੇ? ਅਸੀਂ ਤੇ ਅੱਜ ਤੱਕ ਇਹੀ ਸੁਣਿਆ ਹੈ ਕਿ ਰਾਗੀ ਸਿੰਘ ਕੀਰਤਨ ਕਰਦੇ ਨੇ ਜਾਂ ਕੋਈ ਬੀਬੀ ਕੀਰਤਨ ਕਰਦੀ ਹੈ। ਪਰੀਆਂ ਦੇ ਕੀਰਤਨ ਦਾ ਤੇ ਕਦੀ ਜ਼ਿਕਰ ਹੀ ਨਹੀਂ ਆਇਆ ਸਾਡੇ ਸਾਹਿਤ 'ਚ। ਕਦੀ ਗੁਰੂ ਸਾਹਿਬ ਵੇਲੇ ਜ਼ਿਕਰ ਨਹੀਂ ਆਇਆ ਕਿ ਕੋਈ ਪਰੀ ਗੁਰੂ ਮਹਾਰਾਜ ਦੇ ਕੋਲ ਆਈ ਹੋਵੇ ਤੇ ਉਹਨੇ ਕੀਰਤਨ ਕੀਤਾ ਹੋਵੇ। ਇਹ ਤੇ ਜ਼ਰੂਰ ਸੁਣਿਆ, ਭਾਈ ਮਰਦਾਨਾ ਕੀਰਤਨ ਕਰਦਾ ਰਿਹਾ, ਭਾਈ ਸੱਤਾ ਜੀ ਬਲਵੰਡ ਜੀ ਕੀਰਤਨ ਕਰਦੇ ਰਹੇ। ਇਹ ਕਿਹੜੀਆਂ ਪਰੀਆਂ ਨੇ? ਇਹਨਾਂ ਨੂੰ ਸਮਝਣਾ ਪਏਗਾ। ਇਹ ਬਾਹਰ ਦੀ ਪਰੀ ਦਾ ਜ਼ਿਕਰ ਨਹੀਂ, ਕਿਉਂਕਿ ਪਰੀ ਸ਼ਬਦ ਜਿਹੜਾ ਇੱਕ ਕਲਪਨਾ ਦਾ ਹੈ, ਸਨਾਤਨ ਕਲਪਨਾ ਦਾ। ਉੱਥੇ ਔਰਤ ਦੇ ਸਰਵਤ ਜਿਹੜਾ ਸਭ ਤੋਂ ਉੱਚਾ ਸਵਰੂਪ ਹੈ, ਔਰਤ ਦਾ ਸਭ ਤੋਂ ਉੱਚਾ ਸਵਰੂਪ ਹੈ, ਉਹਨੂੰ ਪਰੀ ਆਖਿਆ ਗਿਆ। ਉਹਦੇ ਤੋਂ ਉੱਚਾ ਸਵਰੂਪ ਸਨਾਤਨ ਮਤ ਵਿੱਚ ਹੋਰ ਕੋਈ ਨਹੀਂ ਹੈ। ਹਾਲਾਂਕਿ ਸਨਾਤਨ ਮਤ ਵਿੱਚ ਔਰਤ ਦਾ ਦਰਜਾ ਕੋਈ ਬਹੁਤਾ ਉੱਚਾ ਨਹੀਂ, ਪਰ ਉਹਨਾਂ ਦਾ ਸਾਹਿਤ ਜਦੋਂ ਪੜ੍ਹੀਏ ਤੇ ਉੱਥੇ ਪਰੀਆਂ ਜਿਹੜੀਆਂ ਹਨ ਉਹ ਉੱਥੇ ਟਿਕਦੀਆਂ ਨੇ। ਜੋ ਤੁਲਨਾ ਉਹਨਾਂ ਨੇ ਦੇਵੀ ਦੇਵਤਿਆਂ ਨੂੰ ਦਿੱਤੀ, ਉਹੀ ਉਹਨਾਂ ਨੇ ਪਰੀਆਂ ਨੂੰ ਦਿੱਤੀ ਹੈ। ਇਸ ਕਰਕੇ ਗੁਰੂ ਮਹਾਰਾਜ ਦਾ ਇੱਥੇ ਪਰੀਆਂ ਤੋਂ ਭਾਵ ਕਹਿਣ ਦਾ ਇਹ ਹੈ, ਉਹ ਉੱਚੀਆਂ ਗੱਲਾਂ ਜਾਂ ਉਹ ਉੱਚ ਅਵਸਥਾ ਜੋ ਸਾਡੇ ਅੰਦਰ ਰਾਗ ਰਤਨ ਪੈਦਾ ਕਰ ਦਿੰਦੀ ਹੈ, ਨਾ ਕਿ ਬਾਹਰ ਦੀਆਂ ਕੋਈ ਪਰੀਆਂ। ਖੈਰ, ਅੱਗੇ ਚੱਲ ਕੇ ਜ਼ਿਕਰ ਆਏਗਾ, ਆਪਾਂ ਇਹਨੂੰ ਹੋਰ ਵਿਆਖਿਆ ਸਹਿਤ ਸਮਝਣ ਦੀ ਕੋਸ਼ਿਸ਼ ਕਰਾਂਗੇ। ਮੈਂ ਸਹਿਜ ਕਥਾ ਦਾ ਜ਼ਿਕਰ ਕਰ ਰਿਹਾ ਸਾਂ। ਸਹਿਜ ਕਥਾ ਦਾ ਮਤਲਬ ਹੈ ਜਦੋਂ ਮੈਂ ਤੇ ਮੇਰੇ ਨਾਲ ਮੇਰਾ ਗੁਰੂ ਬੈਠਾ ਹੈ, ਭਾਵ ਮੇਰੇ ਸਾਹਮਣੇ ਸ਼ਬਦ ਹੈ, ਮੈਂ ਬੈਠਾ ਹਾਂ ਤੇ ਮੇਰੀ ਸੁਰਤ ਬੈਠੀ ਹੈ, ਮਨ ਬੈਠਾ ਹੈ। ਇਹ ਤਿੰਨ ਚੀਜ਼ਾਂ ਬੈਠੀਆਂ ਨੇ ਤੇ ਇਹਨਾਂ ਦਾ ਆਪਸ ਵਿੱਚ ਇੱਕ ਤਰ੍ਹਾਂ ਦਾ ਕੋਈ ਕਥਨ ਚੱਲ ਰਿਹਾ ਹੈ, ਗੱਲਬਾਤ ਚੱਲ ਰਹੀ ਹੈ। ਕੁਝ ਗੱਲਾਂ ਗੁਰੂ ਕਹਿੰਦਾ ਹੈ, ਮਨ ਸੁਣਦਾ ਹੈ, ਮਨ ਫਿਰ ਸੁਰਤ ਨੂੰ ਕਹਿੰਦਾ ਹੈ, ਸੁਰਤ ਅੱਗੇ ਫਿਰ ਗੁਰੂ ਨਾਲ ਗੱਲ ਕਰਦੀ ਹੈ। ਇਹ ਇਸ ਤਰ੍ਹਾਂ ਦਾ ਇੱਕ ਜਿਹੜਾ ਵਾਰਤਾਲਾਪ ਹੈ ਉਹ ਬਾਣੀ ਵਿੱਚ ਬਹੁਤ ਜਗ੍ਹਾ ਤੇ ਗੁਰੂ ਮਹਾਰਾਜ ਨੇ ਲਿਖਿਆ। ਖਾਸ ਕਰਕੇ ਮਾਰੂ ਰਾਗ ਦੇ ਵਿੱਚ ਇੱਕ ਸ਼ਬਦ ਆਉਂਦਾ, ਮੈਂ ਕੇਵਲ ਸ਼ਬਦ ਦਾ ਹਵਾਲਾ ਹੀ ਦੇਵਾਂਗਾ। ਉਹ ਸ਼ਬਦ ਨੂੰ ਤੁਸੀਂ ਜੇ ਧਿਆਨ ਨਾਲ ਪੜ੍ਹੋਗੇ ਤੇ ਤੁਹਾਨੂੰ ਇਹ ਗੱਲ ਜਿਹੜੀ ਹੈ ਉਹ ਸੌਖੀ ਜਿਹੜੀ ਆ ਉਹ ਸਮਝ ਪੈ ਜਾਏਗੀ। ਉਹਦੇ ਵਿੱਚ ਉਹ ਗੁਰੂ ਨਾਨਕ ਸਾਹਿਬ ਮਹਾਰਾਜ, ਗੁਰੂ ਅਰਜਨ ਸਾਹਿਬ ਮਹਾਰਾਜ ਦਾ ਉਹ ਸ਼ਬਦ ਹੈ, ਉਹਨੂੰ ਪੜ੍ਹ ਕੇ ਇਹ ਗੱਲ ਜਿਹੜੀ ਹੈ ਇਹ ਸੌਖੀ ਸਾਨੂੰ ਸਮਝ ਆ ਜਾਂਦੀ। ਖੈਰ, ਸਹਿਜ ਕਥਾ ਪ੍ਰਭ ਕੀ ਅਤ ਮੀਠੀ, ਮੇਰੇ ਅੰਦਰ ਰੱਬ ਦੀ ਸਹਿਜ ਕਥਾ ਚੱਲੀ ਹੈ, ਭਾਵ ਮੇਰੀ ਸੁਰਤ ਤੇਰਾ ਮੇਰਾ ਮਨ ਆਪਸ ਵਿੱਚ ਗੱਲਾਂ ਕਰਦੇ ਨੇ, ਇੱਕ ਦੂਜੇ ਨੂੰ ਪੁੱਛਦੇ ਨੇ, ਦੱਸਦੇ ਨੇ। ਕਹਿਣ ਲੱਗੇ ਅਕਥ ਕਥਾ ਕਹਾਣੀ, ਤੇ ਜਿਹੜੀ ਉਹ ਕਥਨ ਕਰ ਰਹੇ ਅੰਦਰ ਜਿਹੜੀ ਗੱਲਬਾਤ ਚੱਲ ਰਹੀ ਹੈ ਉਹਨੂੰ ਲਫ਼ਜ਼ਾਂ 'ਚ ਲਿਖਿਆ ਨਹੀਂ ਜਾ ਸਕਦਾ।
ਉਹਨੂੰ ਕੋਈ ਅੱਖਰੀ ਰੂਪ ਨਹੀਂ ਦੇ ਸਕਦਾ ਕਿ ਸੁਰਤ ਨੇ ਮਨ ਨੂੰ ਕੀ ਕਿਹਾ। ਉਹ ਉਡਾਰੀਆਂ ਜਿਹੜੀਆਂ ਹਨ ਉਹਨਾਂ ਨੂੰ ਕੋਈ ਸ਼ਬਦਾਂ 'ਚ ਕਥਨ ਨਹੀਂ ਕਰ ਸਕਦਾ। ਉਹ ਸ਼ਬਦਾਂ ਦੀ ਪਹੁੰਚ ਤੋਂ ਬਾਹਰ ਦੀਆਂ ਗੱਲਾਂ ਨੇ। ਭਲਾ ਸੰਜੋਗ ਮੂਰਤ ਭਲ ਸਾਚਾ, ਕਹਿੰਦੇ ਉਹ ਸੰਜੋਗ ਬੜਾ ਭਲਾ ਸੀ, ਉਹ ਮੂਰਤ ਬੜਾ ਭਲਾ ਸੀ ਤੇ ਉਹ ਪਲ ਬੜਾ ਭਲਾ ਸੀਗਾ ਜਦੋਂ ਮੇਰੇ ਮਨ ਤੇ ਮੇਰੀ ਸੁਰਤ ਨੇ ਇਹ ਸਹਿਜ ਕਥਾ ਕਰਨੀ ਸ਼ੁਰੂ ਕੀਤੀ। ਉਹ ਸਮਾਂ ਬੜਾ ਚੰਗਾ ਸੀ, ਜਿਹਨੂੰ ਆਪਾਂ ਪੜ੍ਹਦੇ ਆ ਨਾ, ਧਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਹੁਣ ਦੋ ਗੱਲਾਂ ਨੇ ਇਹਦੇ 'ਚ ਵੀ। ਇੱਕ ਬੰਨੇ ਅਸੀਂ ਕਹਿੰਦੇ ਆ ਕਿ ਗੁਰੂ ਮਹਾਰਾਜ ਕਹਿੰਦੇ ਸਮਾਂ ਹੀ ਕੋਈ ਚੰਗਾ ਨਹੀਂ ਹੁੰਦਾ, ਸਾਰੇ ਸਮੇਂ ਚੰਗੇ ਨੇ, ਕੋਈ ਮਾੜਾ ਨਹੀਂ ਹੁੰਦਾ। ਇੱਕ ਬੰਨੇ ਆਪ ਹੀ ਉਹ ਕਹਿ ਦਿੰਦੇ ਨੇ ਕਿ ਫਲਾਣਾ ਸਮਾਂ ਚੰਗਾ। ਸੋ ਇਹ ਕੁਝ ਗੱਲਾਂ ਐਸੀਆਂ ਨੇ ਬਾਣੀ ਦੀਆਂ। ਜਿੱਥੇ ਕਰਮ ਕਾਂਡ ਦਾ ਜ਼ਿਕਰ ਆਇਆ ਉੱਥੇ ਗੁਰੂ ਨੇ ਸਿੱਧਾ ਕਹਿ ਦਿੱਤਾ ਕਿ ਸਾਰੇ ਸਮੇਂ ਇੱਕੋ ਜਿਹੇ ਨੇ, ਕਿਉਂਕਿ ਉਹਨੇ ਪੈਦਾ ਕੀਤੇ ਨੇ। ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੈ ਤੇ ਕਮਜਾ। ਪਰ ਜਦੋਂ ਸਾਡੇ ਅੰਦਰ ਕੋਈ ਗਹਿਰਾ ਬਦਲਾਵ ਆਉਂਦਾ, ਸਾਡੇ ਅੰਦਰ ਕੋਈ ਵੱਡਾ ਬਦਲਾਵ ਆਉਂਦਾ ਸਾਡੀ ਸੁਰਤ ਦੇ ਅੰਦਰ, ਉਸ ਸਮੇਂ ਨੂੰ ਗੁਰੂ ਨੇ ਬੜਾ ਚੰਗਾ ਆਖਿਆ। ਕਹਿੰਦੇ ਇਹ ਸਮਾਂ ਸਭ ਤੋਂ ਅਵਲ ਹੈ ਤੇ ਇਸ ਸਮੇਂ ਨੂੰ ਹੀ ਗੁਰੂ ਨੇ ਅੰਮ੍ਰਿਤ ਵੇਲਾ ਆਖਿਆ ਸਾਡੇ ਅੰਦਰ ਦਾ। ਉਹੀ ਗੱਲ ਕਹਿੰਦੇ ਗੁਰੂ, ਕਹਿੰਦੇ ਭਲਾ ਸੰਜੋਗ, ਉਹ ਸੰਜੋਗ, ਉਹ ਵੇਲਾ ਬੜਾ ਭਲਾ ਸੀਗਾ, ਮੂਰਤ ਬੜਾ ਭਲਾ ਸੀ, ਉਹ ਪਲ ਬੜਾ ਭਲਾ ਸੀਗਾ ਜਦੋਂ ਮੇਰੇ ਅੰਦਰ ਇੱਕ ਖਾਸ ਬਦਲਾਵ ਆਇਆ। ਮੇਰੀ ਸੁਰਤ ਨੂੰ ਤੇ ਮੇਰੇ ਮਨ ਨੂੰ ਸਹਿਜ ਕਥਾ ਕਰਨੀ ਆ ਗਈ। ਅਬ ਚਲ ਨੀਵਰ ਖਾਈ, ਸਮਝ ਲਓ ਇਹ ਮੇਰੇ ਅੰਦਰ ਨੀਂਹ ਧਰੀ ਗਈ ਹੈ। ਸਮਝ ਲਓ ਇਹ ਇੱਕ ਅੰਦਰ ਮੇਰੇ ਅੰਦਰ ਇੱਕ ਸ਼ੁਰੂਆਤ ਹੋ ਗਈ ਹੈ ਮੇਰੇ ਜੀਵਨ ਦੇ ਬਦਲਾਵ ਦੀ, ਸਹਿਜ ਕਥਾ ਤੋਂ। ਜਨ ਨਾਨਕ ਪ੍ਰਭ ਪਏ ਦਿਆਲਾ, ਗੁਰੂ ਅਰਜਨ ਸਾਹਿਬ ਕਹਿੰਦੇ ਹੇ ਦਿਆਲ ਪ੍ਰਭੂ ਤੂੰ ਮੇਰੇ ਤੇ ਦਿਆਲ ਹੋਏ। ਸਰਬ ਕਲਾ ਬਣ ਆਈ, ਕਲਾ ਦਾ ਭਾਵ ਹੁੰਦਾ ਹੁਨਰ, ਬਲ, ਤਾਕਤ, ਸ਼ਕਤੀ। ਹੁਣ ਮੇਰੇ ਅੰਦਰ ਹਰ ਤਰ੍ਹਾਂ ਦੀ ਸ਼ਕਤੀ ਜਿਹੜੀ ਹੈ, ਤਾਕਤ ਜਿਹੜੀ ਹੈ, ਇਸ ਬਦਲਾਵ ਤੋਂ, ਇਸ ਸਹਿਜ ਕਥਾ ਤੋਂ ਬਾਅਦ ਜਿਹੜੀ ਹੈ ਉਹ ਪੈਦਾ ਹੋ ਗਈ ਹੈ। ਇਹ ਬਚਨ ਸਤਿਗੁਰੂ ਜੀ ਨੇ ਸਾਡੇ ਨਾਲ ਸਾਂਝਾ ਕੀਤਾ। ਹੋਈਆਂ ਭੁੱਲਾਂ ਗਲਤੀਆਂ ਦੀ ਸਤਸੰਗੀ ਜਨਾਂ ਤੇ ਬਖਸ਼ਣਹਾਰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਖਿਮਾ ਕਰਨੀ। ਪਿਆਰ ਸਹਿਤ ਕਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਹਰ ਨਾ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰਤੀ ਰਹਿ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰੋ। ਘਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ ਆਜੇ। ਕਾਰ ਸੁਭਾਗੈ ਸ਼ਬਦ ਵਾਜੇ। ਕਲਾ ਜਿਨ ਕਰਤਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ।
ਆਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤਾ ਸਤਿਗੁਰ ਰਹਾ ਭਰਪੂਰੈ। ਮਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤਾ ਸਤਿਗੁਰ ਰਹਾ ਭਰਪੂਰੈ। ਮਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ